ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परमजीत जी तुहाडा किहड़ा इंजन चल गया? वाहिगुरू जी का खालसा वाहिगुरू जी की फतेह जी। हाँ जी सुखविंदर जी वाहिगुरू जी का खालसा वाहिगुरू जी की फतेह। ਆਪਾਂ ਜਿਹੜੀ ਆਨੰਦ ਸਾਹਿਬ ਦੀ ਬਾਣੀ ਲੈ ਰਹੇ ਹਾਂ, ਜਿਹੜੀ ਮਹਾਰਾਜ ਨੇ ਤੀਸਰੀ ਪਾਤਸ਼ਾਹੀ ਨੇ ਰਾਮਕਲੀ ਰਾਗ ਦੇ ਵਿੱਚ 917 ਅੰਕ ਤੋਂ ਸ਼ੁਰੂ ਕੀਤੀ ਆ। ਉਹਦਾ ਨੌਵਾਂ ਜਿਹੜਾ ਹੈਗਾ 10ਵਾਂ ਜਿਹੜਾ ਲੈ ਰਹੇ ਹਾਂ ਆਪਾਂ। ਇਹ 39 ਪਤਾ ਨਹੀਂ 40 ਇੰਨੇ ਕੁ ਹੈਗੇ ਆ ਨੰਬਰ ਪਾਏ ਹੋਏ ਆ ਮਹਾਰਾਜ ਨੇ, ਤੇ 10ਵਾਂ ਲੈ ਰਹੇ ਹਾਂ ਆਪਾਂ। ਔਰ ਇਹਦੇ ਵਿੱਚ ਮਹਾਰਾਜ ਜਿਹੜੇ ਹੈਗੇ ਪੂਰੀ ਅੰਦਰ ਦੀ ਜਿਹੜੀ ਹੈਗੀ ਧਿਆਨ ਸਿਮਰਨ ਵਾਲੀ ਜਿਹੜੀ ਹੈਗੀ ਕਾਰਵਾਈ ਕਿਸ ਤਰੀਕੇ ਦੇ ਨਾਲ ਕਰਨੀ ਆ, ਉਹਦੇ ਬਾਰੇ ਪੂਰਾ ਆਪਾਂ ਨੂੰ ਜਿਹੜੀਆਂ ਕਿਹੜੀਆਂ ਚੀਜ਼ਾਂ ਗ੍ਰਹਿਣ ਕਰਨੀਆਂ, ਕਿਹੜੀਆਂ ਛੱਡਣੀਆਂ ਆ, ਉਹ ਸਾਰੇ ਦੇ ਸਾਰੇ ਦੇ ਬਾਰੇ ਆਪਾਂ ਨੂੰ ਗਿਆਨ ਦੇ ਰਹੇ ਆ। ਤੇ ਇਸ ਤੋਂ ਪਹਿਲਾਂ ਮਹਾਰਾਜ ਨੇ ਦੱਸਿਆ ਸੀਗਾ ਬਈ ਗੁਰੂ ਨੂੰ ਤਨ ਮਨ ਧਨ ਸਾਰਾ ਸੌਂਪ ਦੇਣਾ ਹੈ ਆਪਾਂ ਨੇ। ਇਹ ਕਿਉਂਕਿ ਇਹਨੇ ਜਿਹੜਾ ਹੈਗਾ ਤੁਹਾਡੇ ਇੰਦਰੀਆਂ ਨੇ, ਤੁਹਾਡੇ ਮਨ ਨੇ ਜਿਹੜਾ ਹੈਗਾ ਇਹਨੇ ਰੁਕਾਵਟ ਪਾਉਣੀ ਆ, ਕਿਉਂਕਿ ਆਲਰੇਡੀ ਮਨ ਦੇ ਵਿੱਚ ਜਿਹੜਾ ਹੈਗਾ ਬਹੁਤ ਜਿਹੜਾ ਹੈਗਾ ਪਤਾ ਨਹੀਂ ਕਿੰਨੇ ਕੁ ਜਨਮਾਂ ਦਾ ਜਿਹੜਾ ਡਾਟਾ ਇਕੱਠਾ ਹੋਇਆ ਪਿਆ ਹੈ, ਕਿੰਨੇ ਕੁ ਜਨਮਾਂ ਦੇ ਜਿਹੜੇ ਸੰਸਕਾਰ ਬਣੇ ਹੋਏ। ਤੇ ਮਨ ਨੇ ਜ਼ਰੂਰ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ ਇਸ ਭਗਤੀ ਮਾਰਗ ਦੇ ਉੱਤੇ ਜਿਹੜਾ ਹੈਗਾ ਮਨ ਨੇ ਆਪਣੀ ਮੱਤ ਦੇਣੀ ਆ, ਭਾਈ ਐਵੇਂ ਦਾ ਸਿਮਰਨ ਕਰਦਾ, ਐਵੇਂ ਦਾ ਕਰਦਾ, ਤੂੰ ਇਸ ਟਾਈਮ ਹੁਣ ਆਹ ਕਰ ਲਾ, ਹੁਣ ਇਹ ਕਰ ਲਾ, ਦੇਖ ਇਸ ਤਰ੍ਹਾਂ ਕਰ, ਆਹ ਕਥਾ ਸੁਣ ਲਾ, ਆਹ ਕਰ ਲਾ। ਇਹਨੇ ਬਥੇਰਾ ਜਿਹੜਾ ਧਿਆਨ ਸਿਮਰਨ ਕਰਨ ਵੇਲੇ ਜਿਹੜਾ ਨਾ ਬਥੇਰੇ ਇਹਨੇ ਜਿਹੜੇ ਆਪਣੇ ਜਿਹੜੇ ਫੁਰਨੇ ਜਿਹੜੇ ਹੈਗੇ ਵਿੱਚ ਛੱਡਣੇ ਆ। ਹਾਂ ਭਾਈ ਕਿਸੇ ਦਾ ਮਾਈਕ ਖੁੱਲਾ ਹੈ, ਪਲੀਜ਼ ਆਪਣਾ ਮਾਈਕ ਬੰਦ ਕਰ ਦਿਓ ਜੀ। ਹਰਵਿੰਦਰ ਜੀ ਤੁਹਾਡਾ ਵੀ ਖੁੱਲਾ ਹੈ, ਜਿਹਦਾ ਵੀ ਮਾਈਕ ਖੁੱਲਾ ਹੈ ਪਲੀਜ਼ ਮਾਈਕ ਬੰਦ ਕਰ ਦਿਓ। ਤੇ ਮਨ ਨੇ ਜਿਹੜਾ ਹੈ ਨਾ ਆਪਣਾ ਜਿਹੜਾ ਹੈਗਾ ਬਹੁਤ ਜਿਹੜਾ ਹੈਗਾ ਇਹਨੇ ਦੱਸਣਾ ਆ ਆਪਾਂ ਨੂੰ, ਜਿਹੜਾ ਹੈਗਾ ਇਹਨੇ ਗੁਰੂ ਦੀ ਮੱਤ ਆਪਾਂ ਨੂੰ ਲੈਣ ਨਹੀਂ ਦੇਣੀ। ਮਨ ਨੇ ਗੁਰੂ ਦੀ ਮੱਤ ਵੀ ਜਿਹੜੀ ਹੈਗੀ ਆ ਤੇ ਗੁਰਬਾਣੀ ਤਾਂ ਆਹ ਕਹਿੰਦੀ ਆ ਤਾਂ ਇਸ ਤਰ੍ਹਾਂ ਹੈਗਾ, ਆ ਤਾਂ ਇਸ ਤਰ੍ਹਾਂ ਹੈਗਾ। ਇਹਨੇ ਆਪਣੀਆਂ ਹੀ ਸਕੀਮਾਂ ਜਿਹੜੀਆਂ ਹੈਗੀਆਂ, ਆਪਣੀਆਂ ਹੀ ਜਿਹੜੀਆਂ ਮਾਇਆ ਦੇ ਵਿੱਚ, ਇਹ ਵੀ ਭਾਈ ਮਾਇਆ ਦੇ ਵਿੱਚ ਜਿਹੜਾ ਹੈਗਾ ਆਪਣਾ ਤਿਰਗੁਣੀ ਮਾਇਆ ਜਿਹੜੀ ਹੈਗੀ, ਇਹ ਆਖਰੀ ਦੇ ਵਿੱਚ ਜਿਹੜਾ ਹੈ ਨਾ ਉਹਨੇ ਆਹ ਹਥਿਆਰ ਜਿਹੜਾ ਹੈਗਾ ਚੱਕ ਲਿਆ ਵੀ ਇਹ ਬੰਦਾ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਤਾਂ ਫਸਦਾ ਨਹੀਂ ਆ। ਇਹਨੂੰ ਹੁਣ ਜਿਹੜਾ ਹੈਗਾ ਭਗਤੀ ਦੇ ਦੁਆਰਾ ਇਹਦਾ ਡੰਡਾ ਇਹਦੇ ਸਿਰ 'ਚ ਹੀ ਲਾਈਏ, ਹੁਣ ਇਹਦੇ ਡੰਡੇ ਨਾਲ ਹੀ ਇਹਨੂੰ ਸਿੱਧਾ ਕਰੀਏ। ਹੁਣ ਇਸ ਤਰੀਕੇ ਦੇ ਨਾਲ ਮਾਇਆ ਨੇ ਜਿਹੜਾ ਆਪਣੇ ਆਡੇ ਆ ਜਾਣਾ ਹੈ ਭਾਈ। ਉਹਦੇ ਵਾਸਤੇ ਮਹਾਰਾਜ ਤੀਸਰੀ ਪਾਤਸ਼ਾਹੀ ਆਪਾਂ ਨੂੰ ਵਾਰਨਿੰਗ ਦੇ ਰਹੇ ਆ ਕਿ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਤੁਰੀਆਂ ਚਤੁਰਾਈਆਂ ਨਹੀਂ ਚੱਲਣੀਆਂ ਭਾਈ, ਚਤੁਰਾਈ ਦੇ ਨਾਲ ਅੱਜ ਤੱਕ ਕਿਸੇ ਨੇ ਨਹੀਂ ਪਾਇਆ। ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ, हे ਮੇਰੇ ਮਨਾ ਸੁਣ ਲਾ, ਮੈਂ ਤੇਰੀ ਨਹੀਂ ਮੰਨਣੀ। ਅੱਜ ਤੱਕ ਚਤੁਰਾਈ ਦੇ ਨਾਲ ਕਿਸੇ ਨੇ ਨਹੀਂ ਪਾਇਆ। ਇਹ ਮਾਇਆ ਮੋਹਣੀ ਜਿਨੇ ਇਹ ਭਰਮ ਭੁਲਾਇਆ। ਇਹ ਹਾਲੇ ਮਾਇਆ ਮੋਹਣੀ ਹੈ ਭਾਈ, ਜਿਹੜੀ ਭਰਮਾਂ ਦੇ ਵਿੱਚ ਪਾ ਰਹੀ ਹੈ। ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੋਲੀ ਪਾਈਆ। ਇਹ ਮਾਇਆ ਮੋਹਣੀ ਜਿਹੜੀ ਹੈਗੀ ਧਿਆਨ ਦੇ ਸਿਮਰਨ ਦੇ ਮਾਰਗ ਦੇ ਵਿੱਚ ਵੀ ਮਾਇਆ ਮੋਹਣੀ ਜਿਹੜੀ ਹੈਗੀ ਕਿਹਨੇ ਕੀਤੀ ਆ? ਕਹਿੰਦੇ ਉਸ ਮਾਲਕ ਪਰਮਾਤਮਾ ਨੇ ਕੀਤੀ ਹੈ। ਆਖਰੀ ਹਰਡਲ ਜਿਹੜੀ ਬਹੁਤ ਜਿਹੜੀ ਹੈਗੀ ਤਾਕਤਵਰ ਹੁੰਦੀ ਹੈ, ਆਖਰੀ ਰੁਕਾਵਟ ਕਹਿੰਦੇ ਮਾਲਕ ਨੇ ਪਾਈ ਹੈ, ਜਿਸ ਨੇ ਠਗੋਲੀ ਪਾਈ ਹੋਈ ਹੈ। ਇਹ ਜਿਹੜੀ ਹੈ ਕਿ ਇਹ ਆਪਾਂ ਨੂੰ ਜਿਹੜਾ ਹੈਗਾ ਜਿਹੜਾ ਆਪਾਂ ਨੂੰ ਮੋਹ ਠਗੋਲੀ ਪਾਈ ਹੋਈ ਹੈ। ਮੋਹ ਦੇ ਨਾਲ ਇੰਨਾ ਮਿੱਠੀ ਲੱਗਦੀ ਹੈ
ਮਾਇਆ ਤਾਂ ਮੋਹਣੀ ਤਿਨੇ ਕੀਤੀ, ਜਿਨੇ ਠਗੋਲੀ ਪਾਈ ਆ, ਕੁਰਬਾਨ ਕੀਤਾ ਤਿਸੇ ਵਿਟੋਂ, ਜਿਨ ਮੋਹ ਮਿੱਠਾ ਲਾਇਆ। ਕਹਿੰਦੇ ਮੈਂ ਤਾਂ ਮਾਲਕਾ ਹੈ, ਤੇਰੇ ਤੋਂ ਕੁਰਬਾਨ ਜਾਣਾ ਹੈ। ਇੰਨਾ ਜ਼ਬਰਦਸਤ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਅਰੇਂਜਮੈਂਟ ਕੀਤਾ ਹੋਇਆ ਹੈ, ਇੰਨਾ ਫਿਲਟਰ ਕਰਦਾ ਹੈ, ਇੰਨਾ ਜਿਹੜਾ ਹੈਗਾ ਅੰਦਰੋਂ ਜਿਹੜੀ ਖੋਟ ਕੱਢਦਾ ਹੈ ਤੂੰ। ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ। हे ਮੇਰੇ ਚੰਚਲ ਮਨਾ, ਦੇਖ ਲਾ ਪਿਆਰਿਆ, ਚਤੁਰਾਈ ਦੇ ਨਾਲ ਅੱਜ ਤੱਕ ਕਿਨੇ ਨਹੀਂ ਪਾਇਆ। ਇਸ ਕਰਕੇ ਚਤੁਰਾਈ ਛੱਡ ਕੇ ਗੁਰਿਆਈ ਫੜ ਲਾ, ਗੁਰੂ ਦੀ ਮੱਤ ਫੜ ਲਾ, ਗਿਆਨ ਦੇ ਅਨੁਸਾਰ ਚੱਲ। ਹਾਂਜੀ ਵੀਰ ਠੀਕ ਹੈ ਨਿਜਾ ਸਾਹਿਬ, ਇੱਕ ਤੁਕ ਬੋਲੋ। ਹਾਂਜੀ ਹਾਂਜੀ। ਇਹ ਮਨ ਕਾਰ ਇਸ਼ਨਾਨ ਵਾਲੀ ਪਹਿਲਾਂ, ਹਾਂਜੀ ਹਾਂਜੀ। ਪਹਿਲਾਂ ਕਾਰ ਇਸ਼ਨਾਨ ਵਾਲੀ ਬੋਲੋ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗਾ। ਕਰ ਇਸ਼ਨਾਨ ਦਾ ਮਤਲਬ ਆ ਸਿਮਰਨ ਦਾ ਇਸ਼ਨਾਨ, ਮਨ ਦਾ ਇਸ਼ਨਾਨ, ਅੰਦਰ ਦਾ ਇਸ਼ਨਾਨ, ਧਿਆਨ ਸਿਮਰਨ ਦਾ ਇਸ਼ਨਾਨ। ਹਾਂਜੀ ਵੀਰ ਜੀ। ਠੀਕ ਹੈ, ਇੱਕ ਮਨ ਜੀਤੇ ਜਗਜੀਤ ਵਾਲੀ ਵੀ ਆਉਂਦੀ, ਉਹ ਵੀ ਸੁਣਾ ਦਿਓ। ਹਾਂਜੀ ਹਾਂਜੀ। ਮਨ ਜੀਤੇ ਜਗ ਜੀਤ। ਠੀਕ ਹੈ, ਹਾਂਜੀ। ਇਹ ਵੀ ਮਨ ਦੇ ਨਾਲ ਹੀ ਹੈ। ਠੀਕ ਹੈ, ਅੱਜ ਥੋੜਾ ਜਿਹਾ ਮਨ ਤੇ ਗੱਲ ਕਰਨੀ ਹੈ, ਥੋੜੀ ਸਰੀਰ ਤੇ ਗੱਲ ਕਰਨੀ ਹੈ। ਸ਼ੁਰੂਆਤ ਆਪਾਂ ਸਰੀਰ ਤੋਂ ਕਰਦੇ ਹਾਂ। ਹਾਂਜੀ ਹਾਂਜੀ। ਠੀਕ ਹੈ, ਦੇਖੋ ਮਨ ਤੇ ਤਨ ਦੋਵੇਂ ਜੁੜੇ ਆ, ਵੱਖਰੇ ਥੋੜੀ ਹੈਗੇ। ਜਦੋਂ ਸਾਡੇ ਸਰੀਰ 'ਚ ਕੋਈ ਕਸ਼ਟ ਆਉਂਦਾ ਤੇ ਮਨ ਵੀ ਪਰੇਸ਼ਾਨ ਹੋ ਜਾਂਦਾ, ਔਰ ਜਦੋਂ ਮਨ 'ਚ ਕੋਈ ਦੁੱਖ ਆ ਗਿਆ ਤੇ ਸਰੀਰ ਨੇ ਵੀ ਦੁੱਖ ਹੀ ਜਾ ਜਾਣਾ। ਇਹ ਦੋਵੇਂ ਜੁੜੇ ਨੇ ਜੀ ਸਭ। ਬਿਲਕੁਲ। ਮਨ ਕੋਈ ਏਦਾਂ ਨਹੀਂ, ਕੋਈ ਇਕੱਲਾ ਨਹੀਂ ਬੈਠਾ ਸਾਈਡ ਤੇ। ਦੰਦ 'ਚ ਦਰਦ ਹੋਈ ਤੇ ਮਨ ਨੇ ਪਹੁੰਚ ਜਾਣਾ। ਮਨ ਨੂੰ ਫਿਰ ਦੁਨੀਆ ਨਹੀਂ ਚੰਗੀ ਲੱਗਦੀ। ਇਹਦਾ ਮਤਲਬ ਮਨ ਤੇ ਸਰੀਰ ਦੋਨੋਂ ਜੁੜੇ ਹੋਏ। ਬਿਲਕੁਲ। ਠੀਕ ਹੈ, ਜਿਸੇ ਕਿ ਗੁਰਬਾਣੀ ਚ ਨਕਿਆ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਤੇ ਮਨ ਤਨ ਪਿਆ ਰੋਗ, ਦੋਨੋਂ ਅਰੋਗੀ। ਇਹਦਾ ਮਤਲਬ ਕਿ ਅਰੋਗੀ ਹੋ ਜਾਣਗੇ। ਮਤਲਬ ਕਿ ਇਹ ਪਹਿਲਾਂ ਰੋਗ ਹੈ, ਇਹ ਰੋਗ ਹੈਗੇ ਇਹਨਾਂ ਨੂੰ, ਮਤਲਬ ਤੇ ਇਹੋ ਹੀ ਹੋਇਆ। ਅਰੋਗਾ ਤੇ ਤਾਂ ਹੀ ਹੋਣਗੇ, ਬਿਮਾਰੀ ਤੋਂ ਮੁਕਤ ਤੇ ਆਪਾਂ ਤਾਂ ਹੋਵਾਂਗੇ ਨਾ ਜੇ ਪਹਿਲਾਂ ਆਪਾਂ ਬਿਮਾਰੀ ਗ੍ਰਸਤ ਹੋਵਾਂਗੇ। ਗੁਰੂ ਜੀ ਦਾ ਕਹਿਣ ਦਾ ਮਤਲਬ ਹੈ ਕਿ ਰੋਗੀ ਹੈ। ਬਿਲਕੁਲ। ਮਨ ਵੀ ਰੋਗੀ ਹੈ, ਤਨ ਵੀ ਰੋਗੀ ਹੈ। ਠੀਕ ਹੈ, ਤਨ ਦੇ ਰੋਗ ਪਤਾ ਹੀ ਹੈ ਤੁਹਾਨੂੰ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਤਨ ਚ ਪ੍ਰਗਟ ਹੁੰਦੇ ਨੇ। ਚਲੋ ਇਹ ਮਨ ਵੀ ਉਹਨਾਂ ਦੇ ਪਿੱਛੇ ਬੈਠਾ। ਹੁਣ ਇੱਥੇ ਇੱਕ ਪੁਆਇੰਟ ਆ ਆਪਾਂ ਡਿਸਕਸ ਕਰਨੀ ਆ। ਸਭ ਤੋਂ ਪਹਿਲਾਂ ਮੈਂ ਤਨ ਦੀ ਗੱਲ ਕਰਦਾ। ਤਨ ਬੜਾ ਇਹ ਜੰਤਰ ਤੇ ਮੰਤਰ ਤੇ ਤੰਤਰ। ਜਿਹੜਾ ਜੰਤਰ ਆ, ਇਹ ਜੰਤਰ ਮੈਂ ਸੋਚਦਾ ਇੱਕ ਕਾਰ ਆ। ਤੇ ਨਿੱਜਰ ਸਾਹਿਬ, ਨਾਰਮਲੀ ਕਾਰ ਪੈਟਰੋਲ ਦੀ ਹੈ, ਤੁਸੀਂ ਉਹ ਚ ਮਿੱਟੀ ਦਾ ਤੇਲ ਪਾਓਗੇ ਤੇ ਕੀ ਹੋਏਗਾ? ਦੱਸੋ, ਕੁਝ ਥੋੜਾ ਥੋੜਾ ਮਿਕਸ ਕਰੋਗੇ ਤੇ ਕੀ ਹੁੰਦਾ? ਉਹ ਤਾਂ ਇੰਜਨ ਜਾਮ ਹੋ ਜਾਊਗਾ, ਫਾਈਨਲੀ ਬੰਦ ਹੋ ਜਾਊਗਾ। ਬਿਲਕੁਲ ਠੀਕ ਆ। ਔਰ ਕਾਰ ਦੇ ਵਿੱਚ ਕਿੰਨੀ ਕਿਸਮ ਦਾ ਉਹਦਾ ਲੂਬ ਆਇਲ ਪੈਂਦਾ, ਉਹਦਾ ਗੇਅਰ ਆਇਲ ਪੈਂਦਾ, ਫਿਰ ਗਰੀਸ ਪੈਂਦੀ ਆ, ਔਰ ਅਲੱਗ-ਅਲੱਗ ਪੁਰਜਿਆਂ ਦੇ ਹਿਸਾਬ ਨਾਲ ਕੀ ਹੁੰਦਾ, ਔਰ ਉਹਨੂੰ ਅਲੱਗ-ਅਲੱਗ ਜਿਹੜਾ ਸਮਾਨ ਚਾਹੀਦਾ। ਉਸੇ ਤਰ੍ਹਾਂ ਸਾਡਾ ਤਨ ਹੈ। ਮੈਂ ਸੋਚਦਾ ਤਨ ਇੱਕ ਕਾਰ ਹੈ, ਮਸ਼ੀਨ ਹੈ। ਇਹਦੀ ਮਸ਼ੀਨ ਹੈ ਨਾ, ਇਹਦੇ ਚ ਅਲੱਗ-ਅਲੱਗ ਪੁਰਜੇ ਨੇ। ਅੱਖਾਂ ਲਈ ਅਲੱਗ ਚੀਜ਼ ਚਾਹੀਦੀ ਹੈ, ਕੰਨਾਂ ਲਈ ਅਲੱਗ ਚੀਜ਼ ਚਾਹੀਦੀ ਹੈ, ਚਮੜੀ ਲਈ ਅਲੱਗ ਚੀਜ਼ ਚਾਹੀਦੀ ਹੈ, ਦੰਦਾਂ ਲਈ ਅਲੱਗ ਚੀਜ਼ ਚਾਹੀਦੀ ਹੈ, ਹੱਡੀਆਂ ਲਈ ਅਲੱਗ ਚੀਜ਼ ਚਾਹੀਦੀ ਹੈ, ਵਾਲਾਂ ਲਈ ਅਲੱਗ ਚੀਜ਼ ਚਾਹੀਦੀ ਹੈ। ਇਹ ਸਾਰੀਆਂ ਚੀਜ਼ਾਂ ਨਾਲ ਸਾਡਾ ਤਨ ਕੀ ਕਰਦਾ, ਭੋਜਨ ਚੋਂ ਕੱਢਦਾ। ਜਦੋਂ ਉਹ ਚੀਜ਼ ਸਾਡੇ ਤਨ ਨੂੰ ਮਿਲਦੀ ਨਹੀਂ ਆ, ਤੇ ਮੰਨ ਲਓ ਉਦਾਂ ਦਾ ਭੋਜਨ ਆਪਾਂ ਨਹੀਂ ਖਾ ਰਹੇ, ਤੇ ਫਿਰ ਕੀ ਹੁੰਦਾ ਕਿ ਸਾਡਾ ਸਰੀਰ ਜਿਹੜਾ ਉਹ ਰੋਗੀ ਹੋ ਜਾਂਦਾ। ਔਰ ਜਦੋਂ ਤਨ ਰੋਗੀ ਹੋ ਗਿਆ ਤੇ ਮਨ ਨੇ ਵੀ ਰੋਗੀ ਹੋ ਜਾਣਾ। ਤੇ ਇਹਦੇ ਵਿੱਚ ਇਹ ਹੁੰਦਾ ਵਾ ਕਿ ਹੁਣ ਇੱਕ ਤਨ ਨੂੰ 2-3 ਚੀਜ਼ਾਂ ਮੇਰੀਆਂ ਤੁਸੀਂ ਜ਼ਿੰਦਗੀ 'ਚ ਇੰਪਲੀਮੈਂਟ ਕਰਨੀਆਂ ਨੇ ਔਰ ਪੱਕਾ ਕਰਨੀਆਂ। ਮੈਂ ਕੀਤੀਆਂ, ਮੈਂ ਤੁਹਾਨੂੰ ਦੱਸ ਰਿਹਾ। ਇੱਕ ਤੇ ਨਿੱਜਾ ਸਾਹਿਬ ਮੂੰਹ 'ਚ ਬੁਰਕੀ ਪਾਉਣੀ ਹੈ। ਠੀਕ ਹੈ ਨਿੱਜਾ ਸਾਹਿਬ? ਹਾਂਜੀ ਹਾਂਜੀ। ਉਹ ਬੁਰਕੀ ਉਹਨਾਂ ਚਿਰ ਤੱਕ ਮੂੰਹ 'ਚ ਰੱਖਣੀ ਹੈ ਜਦ ਤੱਕ ਆਪਾਂ ਪੂਰੀ ਚਿੱਥ ਨਹੀਂ ਲੈਂਦੇ, ਤੇ ਫਿਰ ਨਿਕਾਲ ਲੈਣੀ ਅੰਦਰ ਹੌਲੀ ਹੌਲੀ ਕਰ। ਮੂੰਹ ਖਾਲੀ ਹੋ ਗਿਆ ਫਿਰ ਦੂਜੀ ਬੁਰਕੀ ਤਾਂ ਪਾਉਣੀ ਹੈ। ਠੀਕ ਹੈ, ਇਹ ਮੇਰਾ ਫਾਰਮੂਲਾ ਪਤਾ ਲੱਗ ਗਿਆ। ਬਿਲਕੁਲ। ਮੂੰਹ 'ਚ ਬੁਰਕੀ ਪਾਉਣੀ ਆ, ਉਹਨੂੰ ਚਿੱਥਣਾ, ਉਹਨੂੰ ਚਿੱਥਣ ਤੋਂ ਬਾਅਦ ਜਦੋਂ ਅੰਦਰ ਲੰਘ ਗਈ ਫਿਰ ਦੂਜੀ ਬੁਰਕੀ ਪਾਉਣੀ। ਇਹ ਤੇ ਫਾਰਮੂਲਾ ਤੁਸੀਂ ਪੱਕਾ ਲਿਖ ਲੈਣਾ ਹੈ ਕਿ ਇਹ ਪੱਥਰ ਤੇ ਲਕੀਰ, ਇਹਨੂੰ ਜ਼ਿੰਦਗੀ 'ਚ ਛੱਡਣਾ ਹੈ।
ਇੱਕ ਹੋਰ ਚੀਜ਼ ਆ, ਰੋਟੀ ਖਾਣ ਲੱਗਿਆ ਘੱਟੋ ਘੱਟ ਤੁਹਾਨੂੰ 25 ਤੋਂ 30 ਮਿੰਟ ਲੱਗਣ ਚੰਗੀ ਤਰ੍ਹਾਂ ਰੋਟੀ ਖਾਣ ਲਈ ਨਾ ਟਾਈਮ ਲੱਗਦਾ ਘੱਟੋ ਘੱਟ। ਠੀਕ ਹੈ, ਇਹ ਬੜਾ ਜ਼ਰੂਰੀ ਹੈ। ਕਾਲੀ ਕਰਕੇ ਰੋਟੀ ਨਾ ਖਾਇਓ। ਇੱਕ ਰੋਟੀ ਉਦੋਂ ਖਾਣੀ ਹੈ ਜਦੋਂ ਭੁੱਖ ਲੱਗੇ। ਇਹ ਨੀ ਘੜੀ ਵੇਖੀ ਤੇ ਰੋਟੀ ਖਾਣੀ ਸ਼ੁਰੂ ਕਰਤੀ। ਪਹਿਲਾਂ ਆਪਣਾ 2 ਟਾਈਮ ਰੋਟੀ ਖਾਣੀ ਆ, ਔਰ ਜਿਹੜੀ ਪਹਿਲਾਂ ਰੋਟੀ ਖਾਣੀ ਆ, ਦੂਜੀ ਰੋਟੀ ਖਾਣੀ ਆ, ਉਹਦੇ ਚ ਨਿਜਰ ਸਾਹਿਬ 8 ਘੰਟੇ ਦਾ ਗੈਪ ਚਾਹੀਦਾ, ਬਹੁਤ ਜ਼ਰੂਰੀ। 16 ਘੰਟੇ ਆਪਣੇ ਸਰੀਰ ਨੂੰ ਰੈਸਟ ਦਿਓ, ਕਿਉਂਕਿ ਜਦੋਂ ਆਪਾਂ ਖਾਣਾ ਖਾਂਦੇ ਆ ਨਾ ਤੇ ਉਹਨੂੰ ਘੱਟੋ ਘੱਟ ਮੈਨੂੰ ਲੱਗਦਾ 4-5 ਘੰਟੇ ਤੇ ਸਾਡੇ ਸਰੀਰ ਨੂੰ ਪਚਾਉਣ 'ਚ ਹੀ ਲੱਗ ਜਾਂਦੇ। ਤੇ ਇਹ ਚੀਜ਼ਾਂ 8 ਮੰਨ ਲਓ ਸਵੇਰੇ ਤੁਸੀਂ 10 ਵਜੇ ਖਾ ਲਈ ਰੋਟੀ ਤੇ ਉਸ ਤੋਂ ਬਾਅਦ ਤੁਸੀਂ ਲਾ ਲਓ 6 ਵਜੇ ਰੋਟੀ ਖਾ ਲੈਣੀ ਆ। 8 ਕੋਸ਼ਿਸ਼ ਕਰਨੀ ਆ ਰੋਟੀ ਇਹ ਵੇਖੋ, ਕਰਕੇ ਵੇਖੋ, ਮਹੀਨਾ 1.5 ਮਹੀਨਾ ਤੁਹਾਨੂੰ ਕੋਈ ਪਤਾ ਲੱਗ ਜੂ ਮੈਂ ਕੀ ਕਹਿਣਾ ਚਾਹੁੰਦਾ। ਇਹਦੇ ਨਾਲ ਤੁਹਾਡੀਆਂ ਕਾਫੀ ਬਿਮਾਰੀਆਂ ਤੁਹਾਡੀਆਂ ਸਰੀਰ ਦੀਆਂ ਠੀਕ ਹੋਣਗੀਆਂ ਬਹੁਤ ਹੱਦ ਤੱਕ, ਔਰ ਤੁਹਾਡੇ ਸਰੀਰ ਨੂੰ ਰੈਸਟ ਮਿਲੂਗੀ। ਜਿਹੜਾ ਸਾਡਾ ਢਿੱਡ ਹੈ ਨਾ, ਕਹਿੰਦੇ ਕਿ ਢਿੱਡ ਦੇ ਅੰਦਰ ਪਾਚਨ ਤੰਤਰ ਜਦੋਂ ਖਰਾਬ ਹੁੰਦਾ ਨਾ ਤੇ ਉਸ ਤੋਂ ਹੀ ਤੇ ਬਿਮਾਰੀਆਂ ਸਾਰੀਆਂ ਆਪਣੀਆਂ ਫੈਲਦੀਆਂ ਨੇ। ਤੇ ਜਿਹੜਾ ਸਾਡੀਆਂ ਆਂਤੜੀਆਂ ਨਾ ਉਹਨੂੰ ਆਪਾਂ ਰੈਸਟ ਨਹੀਂ ਦਿੰਦੇ। ਆਪਾਂ ਕੀ ਕਰਦੇ ਹਾਂ, ਜਿੱਦਾਂ ਇੱਕ ਕੰਮ ਵਾਲਾ ਬੰਦਾ ਘਰੇ ਲਾਇਆ ਆਪਾਂ, ਉਹਨੂੰ ਕਹਿੰਦੇ ਵੀ ਚੱਲ ਫਰਸ਼ ਸਾਫ਼ ਕਰ, ਉਹ ਫਰਸ਼ ਸਾਫ਼ ਕਰਦਾ, ਉਹ ਵਿਚਾਰੇ ਦਾ ਲੱਕ ਨਹੀਂ ਸਿੱਧਾ ਹੁੰਦਾ, ਮੁੜ ਕੇ ਕਹਿੰਦੇ ਚੱਲ ਬਾਥਰੂਮ 'ਚ ਵੜ ਜਾ, ਉਹ ਬਾਥਰੂਮ ਸਾਫ਼ ਕਰਦਾ, ਮੁੜ ਕੇ ਕਹਿੰਦੇ ਚੱਲ ਰਸੋਈ 'ਚ ਵੜ ਜਾ। ਉਹ ਸਾਰਾ ਦਿਨ ਹੀ ਕੰਮ ਕਰੀ ਜਾਂਦਾ, ਉਹਨੂੰ ਰੈਸਟ ਮਿਲਦੀ ਨਹੀਂ ਬੰਦੇ ਨੂੰ। ਉਹ ਸਭ ਸਾਡੀਆਂ ਸਰੀਰ ਆ। ਸਾਡੇ ਸਰੀਰ 'ਚ ਅਸੀਂ ਜਦੋਂ ਬਾਰ-ਬਾਰ ਖਾਣਾ ਸੁੱਟੀ ਜਾਂਦੇ ਆ, ਉਹ ਪਚਾਈ ਜਾਂਦਾ ਵਿਚਾਰਾ, ਪਚਾਈ ਜਾਂਦਾ। ਉਹਨੂੰ ਰੈਸਟ ਕਰਨ ਨੂੰ ਟਾਈਮ ਨਹੀਂ ਹੈਗਾ। ਹੁਣ ਰਾਤ ਨੂੰ ਜਿਹੜਾ ਆਪਾਂ ਖਾਣਾ ਖਾ ਕੇ ਸੌਂਦੇ ਹਾਂ, ਪਹਿਲੀ ਗੱਲ ਤਾਂ 5-6 ਘੰਟੇ ਤੈਨੂੰ ਪਚਾਉਣ ਲੱਗ ਜਾਂਦੇ ਹਨ, ਸਾਰੀ ਸ਼ਕਤੀ ਲੱਗਦੀ ਉਦੋਂ। ਤੋ ਇਹਨੂੰ ਵਿਚਾਰੇ ਨੂੰ ਥੋੜਾ ਰੈਸਟ ਦਿਓ। ਇਸੇ ਲਈ ਪੁਰਾਣੇ ਜ਼ਮਾਨਿਆਂ 'ਚ ਲੋਕਾਂ ਨੇ ਜਿਹੜੇ ਉਪਵਾਸ ਕੱਢੇ ਨਾ, ਵਰਤ ਰੱਖਦੇ ਸੀ, ਉਹਦਾ ਕਾਰਨ ਇਹੋ ਹੀ ਸੀ ਕਿ ਸਰੀਰ ਨੂੰ ਥੋੜੀ ਰੈਸਟ ਦਿੱਤੀ ਜਾਵੇ ਵਿਚਾਰੇ ਨੂੰ, ਮਸ਼ੀਨ। ਇਹ ਬੜੇ ਜ਼ਰੂਰੀ ਹੈ। ਠੀਕ ਹੈ ਨਿਜਰ ਸਾਹਿਬ? ਬਿਲਕੁਲ ਠੀਕ ਹੈ। ਇਹ ਗੱਲਾਂ ਹੈਗੀਆਂ। ਇੱਕ ਪਾਣੀ ਉਹਨਾਂ ਪੀਣਾ ਕਿ ਤੁਹਾਡਾ ਪਾਣੀ ਦਾ ਜਿਹੜਾ ਤੁਹਾਡਾ ਪਿਸ਼ਾਬ ਹੈ ਨਾ, ਉਹਦਾ ਰੰਗ ਪੀਲਾ ਨਹੀਂ ਹੋਣਾ ਚਾਹੀਦਾ। ਜਦੋਂ ਆਪਾਂ ਲਾਈਟ ਪੀਲਾ ਹੈਗਾ ਤੇ ਇਹਦਾ ਮਤਲਬ ਕਿ ਜੋ ਪਾਣੀ ਪੀ ਰਹੇ ਪੀ ਜਾਓ, ਤੇ ਜਦੋਂ ਥੋੜਾ ਜਿਹਾ ਡਾਰਕ ਹੁੰਦਾ ਇਹਦਾ ਮਤਲਬ ਕਿ ਡੀਹਾਈਡਰੇਸ਼ਨ ਹੈ। ਸਾਡੇ ਜਹਾਜ਼ ਤੇ ਨਾ ਸਾਡੇ ਮੈਡੀਕਲ ਡਾਕਟਰ ਦੱਸਦੇ ਸਨ, ਤੇ ਜਦੋਂ ਬਿਲਕੁਲ ਲਾਲ ਜਿਹਾ ਹੋ ਜਾਂਦਾ ਤੇ ਸਮਝ ਲਓ ਕਿ ਬਹੁਤ ਜ਼ਿਆਦਾ ਪਾਣੀ ਦੀ ਕਮੀ ਆਪਣੇ ਸਰੀਰ। ਜਦੋਂ ਆਪਾਂ ਪਾਣੀ ਨਹੀਂ ਪਾਉਂਦੇ, ਜਿੱਦਾਂ ਗੱਡੀ 'ਚ ਆਪਾਂ ਰੇਡੀਏਟ ਆ, ਆਪਣੀ ਗੱਡੀ 'ਚ ਆਪਾਂ ਪਾਣੀ ਪਾਈ ਜਾਵਾਂਗੇ ਤੇ ਗੱਡੀ ਬੜਾ ਵਧੀਆ ਇੰਜਣ ਹੈ, ਪਰ ਜਦੋਂ ਪਾਣੀ ਘੱਟ ਹੈ ਨਾ ਤੇ ਰੇਡੀਏਟਰ ਨੇ ਓਵਰ ਹੀਟ ਹੋ ਜਾਣਾ ਜੀ। ਇੱਕ ਸਮਾਂ ਆਊਗਾ, ਇੱਕਦਮ ਨਹੀਂ ਹੁੰਦਾ ਸਭ ਕੁਝ। ਇਹ ਜਿਹੜੇ ਸਾਡੇ ਨੁਕਸ ਪੈਂਦੇ ਨਾ, ਸਾਡੇ ਤਨ 'ਚ ਵੀ ਆਉਗਣ ਜੋ ਵੀ ਬਿਮਾਰੀਆਂ ਪ੍ਰਗਟ ਹੁੰਦੀਆਂ, ਤੇ ਇਹਦਾ ਮਤਲਬ ਹੁੰਦਾ ਕਿ ਸਾਡਾ ਗਲਤ ਤਰੀਕੇ ਦੇ ਨਾਲ ਲਿਵਿੰਗ ਲਾਈਫ, ਜਦੋਂ ਲੌਂਗ ਟਰਮ ਆਪਾਂ ਇੱਕ ਚੀਜ਼ ਕਰੀ ਜਾਂਦੇ ਨਹੀਂ ਸੁਧਾਰਦੇ ਆਪਣੀ ਆਦਤਾਂ, ਔਰ ਸਾਡਾ ਮਨ ਕੀ ਕਰਦਾ, ਮਨ ਉਹ ਆਦਤ ਨੂੰ ਫੜ ਲੈਂਦਾ। ਔਰ ਤੁਹਾਨੂੰ ਪਤਾ ਮਨ ਇੱਕ ਐਸਾ ਬਾਂਦਰ ਹੈ, ਜਦੋਂ ਇੱਕ ਚੀਜ਼ ਫੜ ਲੈਂਦਾ ਫਿਰ ਛੱਡਦਾ ਨਹੀਂ ਹੁੰਦਾ। ਉਹ ਸਾਰੀ ਦੁਨੀਆ ਨੂੰ ਵੇਖੋ ਇਹਨੇ ਤੇ ਬੰਨ ਕੇ ਰੱਖਿਆ, ਏਦਾਂ ਹੀ ਕਰਦਾ। ਔਰ ਖਾਸ ਕਰਕੇ ਜਿਹੜੀ ਚੀਜ਼ ਨਹੀਂ ਚਾਹੀਦੀ, ਜਿਹੜੀ ਨਹੀਂ ਚੰਗੀ, ਇਹ ਉਹ ਕਹਿੰਦਾ ਮੈਨੂੰ ਚਾਹੀਦੀ ਹੈ। ਚੰਗੀ ਚੀਜ਼ ਕਿਤੇ ਨਹੀਂ ਮੰਗਦਾ। ਇਹ ਕੋਸ਼ਿਸ਼ ਕਰੋ ਖਾਣਾ ਉਦੋਂ ਖਾਣਾ ਜਦੋਂ ਭੁੱਖ ਲੱਗੇ, ਔਰ ਇੱਕ ਥੋੜਾ ਜਿਹਾ 2-4 ਦਿਨ ਲੱਗਣਗੇ ਤੁਹਾਨੂੰ ਸੈਟਿੰਗ ਕਰ ਲੱਗੇ। ਕੋਸ਼ਿਸ਼ ਕਰੋ ਇਹਨੂੰ ਸੈਟਿੰਗ ਕਰੋ, ਠੀਕ ਹੈ। ਔਰ ਸਬਜ਼ੀਆਂ ਵੀ ਜਿਹੜੀਆਂ ਵੱਖ-ਵੱਖ ਸਬਜ਼ੀਆਂ, ਡਰਾਈ ਫਰੂਟ ਵਗੈਰਾ ਜੋ ਹੈਗਾ, ਜੋ ਆਪਣੇ ਸਮਰੱਥਾ ਹੈਗੀ ਉਹਦੇ ਅਨੁਸਾਰ ਚੱਲ, ਪਰ ਉਹਨੂੰ ਖਾਓ ਪੀਓ, ਠੀਕ ਹੈ ਨਾ, ਜਿਸ ਤਾਂ ਜੋ ਸਾਡੇ ਜਿਹੜੇ ਸਰੀਰ ਹੈ ਉਹ ਸਹੀ ਤਰ੍ਹਾਂ ਕੰਮ ਕਰੇ। ਬਿਲਕੁਲ, ਕਿਉਂਕਿ ਭਗਤੀ ਦੇ ਲਈ ਸਰੀਰ ਬਹੁਤ ਸਹੀ ਜ਼ਰੂਰੀ ਹੈ, ਔਰ ਖਾਸ ਕਰਕੇ ਜਿਹੜਾ ਸਰੀਰ ਹੈ ਅਸੀਂ ਇਹਨੂੰ ਖਰਾਬ ਕਰ ਲੈਂਦੇ ਹਾਂ। ਲਾਈਫ ਇਹਨੂੰ ਕਹਿੰਦੇ ਆ ਕਿ ਪ੍ਰੋਪਰ ਲਾਈਫ ਨਹੀਂ, ਸਹੀ ਸਾਡਾ ਰਹਿਣ ਦਾ ਤਰੀਕਾ ਹੀ ਨਹੀਂ ਸਹੀ। ਹੁਣ ਕਈ ਲੋਕ ਕੰਮ ਕਰੀ ਜਾਂਦੇ ਵਿਚਾਰੇ, ਉਹ ਸੌਂਦੇ ਹੀ ਨਹੀਂ ਉਸ ਟਾਈਮ ਨਾਲ। ਔਰ ਸਾਡੇ ਸਰੀਰ ਨੂੰ 7-8 ਘੰਟੇ ਦੀ ਨੀਂਦ ਵੀ ਚਾਹੀਦੀ। ਤੁਸੀਂ ਨਹੀਂ ਸੌਂਗੇ ਨਾ, ਤੂੰ 5-6 ਸਾਲ ਲਗਾਤਾਰ ਏਦਾਂ, ਉਹ ਤੁਹਾਡੇ ਜੀਵਨ ਚ ਉਹਨੇ ਨੂੰ ਪਾਉਣਾ ਹੀ ਪਾਉਣਾ ਮੁੜ ਕੇ। ਉਹ ਬਹੁਤ ਮੁਸ਼ਕਿਲ ਹੋ ਜਾਏਗੀ ਤੁਹਾਨੂੰ। ਹੁਣ ਤੁਹਾਨੂੰ ਪਤਾ ਇਹਦਾ ਤਨ ਤੇ ਮਨ ਜਿਹੜਾ ਹੈ ਨਾ, ਇਹ ਬੜੇ ਜੁੜੇ ਹੋਏ ਨੇ। ਅੱਜ ਦੀ ਦੁਨੀਆ ਡਿਪਰੈਸ਼ਨ ਦੇ ਵਿੱਚ ਹੈਗੀ ਆ, ਐਂਗਜ਼ਾਇਟੀ ਹੈਗੀ ਆ। ਉਹਦਾ ਕਾਰਨ ਕੀ ਹੈ? ਗਲਤ ਲਿਵਿੰਗ ਲਾਈਫ। ਜਿਹੜੇ ਬੰਦੇ ਬੀਤੇ ਜੀਵਨ ਚ ਰਹਿੰਦੇ ਨੇ, ਬਾਣੀ ਵੇਖੋ, ਮਨ ਤੋਂ ਬਿਨਾਂ ਹਿਲਦੀ ਨਹੀਂ ਹੈ। ਮਨ ਬੜੀ ਵਧੀਆ ਚੀਜ਼ ਹੈ, ਪਰ ਜਦੋਂ ਮਨ ਵਿਚਾਰਾ ਬਿਮਾਰ ਹੋ ਜਾਂਦਾ ਨਾ, ਤੇ ਫਿਰ ਇਹਦੇ ਪੱਲੇ ਵੀ ਨਹੀਂ ਕੁਛ ਰਹਿ ਜਾਂਦਾ। ਇਹ ਫਿਰ ਇਹ ਵੀ ਬਿਮਾਰੀ ਆ। ਹੁਣ ਫਿਰ ਉਹ ਗਲਤ ਚੀਜ਼ਾਂ ਮੰਗੀ ਜਾਂਦਾ, ਤੁਸੀਂ ਇਹਨੂੰ ਆਦਤ ਪਾਤੀ ਹੁਣ।
ਕਿੰਨੇ ਦਿਨ ਤੁਸੀਂ ਲਗਾਤਾਰ ਕੋਈ ਕੰਮ ਕਰਦੇ, ਫਿਰ ਇਹਨੂੰ ਆਦਤ ਪੈ ਜਾਣੀ ਹੈ, ਫਿਰ ਉਹਨੇ ਤੁਹਾਡੇ ਕੋਈ ਚੀਜ਼ ਮੰਗਣੀ, ਉਹ ਨਸ਼ਾ ਛਡਾਊ ਵਾਲਿਆਂ ਨੂੰ ਉਹੀ ਕੰਮ ਹੋ ਜਾਂਦਾ। ਡਿਪਰੈਸ਼ਨ ਬੰਦੇ ਨੂੰ ਕਿਹਨੂੰ ਹੁੰਦਾ ਵਾ? ਜਿਹੜਾ ਬੰਦਾ ਭੂਤਕਾਲ 'ਚ ਜਾਂਦਾ, ਜਿਹੜਾ ਬੰਦਾ ਲਗਾਤਾਰ ਬੀਤੇ ਜੀਵਨ ਦੇ ਬਾਰੇ ਗੱਲਾਂ ਕਰਦਾ ਰਹਿੰਦਾ, ਲੋਕਾਂ ਨੂੰ ਫੋਨ ਲਾਊਗਾ, ਇਹ ਕਹੂਗਾ ਕਿ ਮੈਂ ਇੰਜ ਕਰਦਾ ਹਾਂ, ਮੈਂ ਉਹ ਕਰਦਾ ਹਾਂ। ਇਸ ਸਮੇਂ ਜੋ ਹੋ ਰਿਹਾ ਉਹਦੇ ਬਾਰੇ ਨੂੰ ਪਤਾ ਹੀ ਨਹੀਂ ਵਿਚਾਰੇ। ਜਿਹੜਾ ਬੰਦਾ ਭੂਤਕਾਲ ਬਾਰੇ ਗੱਲਾਂ ਕਰੀ ਜਾਂਦਾ, ਬਾਰ-ਬਾਰ ਪਿੱਛੇ ਤੁਰਿਆ ਜਾਂਦਾ ਵਾ, ਵਰਤਮਾਨ ਕਾਲ 'ਚ ਨਹੀਂ ਹੈ। ਇਸ ਲਈ ਬਾਣੀ ਨੇ ਕਿਹਾ ਕਿ ਤੁਰੀਆ ਅਵਸਥਾ 'ਚ ਜਾਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜਾ ਬੰਦਾ ਭੂਤਕਾਲ 'ਚ ਬੈਠਾ ਤੁਰੀਆ 'ਚ ਨਹੀਂ ਹੈਗਾ, ਉਹ ਭੂਤ ਦੇ ਨਾਲ ਬੈਠਾ ਹੈ। ਭੂਤਕਾਲ ਮਤਲਬ ਭੂਤ ਦੇ ਨਾਲ, ਭੂਤਾਂ ਦੇ ਵਿੱਚ, ਜਿੱਥੇ ਕੁਛ ਨਹੀਂ ਹੈਗਾ ਨਿਜਰ ਸਾਹਿਬ। ਔਰ ਭੂਤਾਂ ਦੇ ਨਾਲ ਰਵਾਂਗੇ ਤਾਂ ਆਪਣਾ ਜੀਵਨ ਭੂਤਾਂ ਵਰਗਾ ਹੀ ਹੋ ਜਾਣਾ। ਪਰ ਤੁਸੀਂ 2-4 ਸਾਲ ਵੀ ਏਦਾਂ ਭੂਤਾਂ ਦੇ ਨਾਲ ਜੀਵਨ ਬਤੀਤ ਕੀਤਾ ਨਾ, ਤੁਹਾਡੇ ਆਂਢ ਗੁਆਂਢ ਲੋਕਾਂ ਨੇ ਮਹਿਸੂਸ ਕਰ ਲੈਣਾ ਕਿ ਬੰਦੇ ਦੀ ਗੱਲਾਂ ਕਰਨ 'ਚ ਕੁਝ ਗੜਬੜ ਹੈ, ਬੰਦਾ ਕੋਈ ਨੋਰਮਲ ਨਹੀਂ ਹੈਗਾ, ਇਹਦੇ ਚਿਹਰੇ ਤੇ ਪਤਾ ਲੱਗਣ ਡਿਆ ਆਪਣਾ। ਔਰ ਐਂਗਜ਼ਾਇਟੀ ਕਿਹਨੂੰ ਹੁੰਦੀ ਆ? ਇੱਕ ਨਿਜਰ ਸਾਹਿਬ ਹੋਰ ਤੁਕ ਹੈਗੀ ਆ, ਹੋਣੀ ਅਣਹੋਣੀ ਹੋਵੇ, ਜਿੱਦਾਂ ਬਾਣੀ 'ਚ ਲਿਖਿਆ ਹੈ ਨਾ, ਹੋਣੀ ਅਣਹੋਣੀ ਹੋਵੇ। ਏਦਾਂ ਲਿਖਿਆ ਕਿ ਜੇ ਹੋਣੀ ਆ ਜਾਂ ਅਣਹੋਣੀ ਉਹ ਹੋ ਕੇ ਰਹਿਣੀ, ਉਹਨੂੰ ਰੋਕਿਆ ਨਹੀਂ ਜਾ ਸਕਦਾ। ਜੋ ਚਿੰਤਾ ਤਾਂ ਜੋ ਅਣਹੋਣੀ ਹੋਏ, ਹਾਂ, ਜੋ ਅਣਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਹਾਂ, ਬਿਲਕੁਲ ਠੀਕ ਹੈ। ਹੁਣ ਬਾਣੀ 'ਚ ਇਹ ਕਿਹਾ ਗਿਆ ਕਿ ਜੋ ਹੋਣਾ ਵਾ ਉਹ ਤੇ ਹੋ ਕੇ ਰਹਿਣਾ ਵਾ, ਉਹ ਤੇ ਮੈਂ ਚਰਨਜੀਤ ਜਾਂ ਨਿਜਰ ਸਾਹਿਬ ਜੋ ਮਰਜ਼ੀ ਕਰ ਲੈਣ, ਉਹ ਨਹੀਂ ਜੋ ਚੱਲਣਾ। ਜਿਹੜਾ ਨਹੀਂ ਹੋਣਾ ਉਹਨੇ ਨਹੀਂ ਹੋਣਾ, ਉਹਨੇ ਨਹੀਂ ਹੋਣਾ, ਭਾਵੇਂ ਜੋ ਮਰਜ਼ੀ ਕੋਸ਼ਿਸ਼ ਕਰ ਲਈ, ਉਹਨੇ ਹੋਣਾ ਹੀ। ਬਾਣੀ ਆਪਾਂ ਨੂੰ ਇਹ ਕਹਿਣਾ ਚਾਹੁੰਦੀ ਹੈ ਕਿ ਜੋ ਜੀਵਨ 'ਚ ਕਈ ਚੀਜ਼ਾਂ ਏਦਾਂ ਦੀਆਂ ਹੈਗੀਆਂ, ਉਹਨਾਂ ਹੋਣਾ ਹੀ ਆ, ਤੇ ਉਹਨਾਂ ਬਾਰੇ ਚਿੰਤਾ ਕਾਹਨੂੰ ਕਰ? ਜਿਹੜਾ ਬੰਦਾ ਚਿੰਤਾ ਕਰੀ ਜਾਂਦਾ ਫਿਊਚਰ ਦੇ ਬਾਰੇ, ਆਪਣੇ ਬੱਚਿਆਂ ਦੇ ਬਾਰੇ, ਉਹਨਾਂ ਦੇ ਗਾਂ ਦੀ ਬੱਚਿਆਂ ਦੇ ਬਾਰੇ, ਉਹਨੂੰ ਬੰਦੇ ਨੂੰ ਐਂਗਜ਼ਾਇਟੀ ਨਾਮ ਦੀ ਬਿਮਾਰੀ ਚਿੰਬੜ ਜਾਂਦੀ ਆ। ਉਹ ਬੰਦਾ ਕੀ ਕਰਦਾ ਹੈ? ਉਹ ਚਿੰਤਾ 'ਚ ਹੀ ਰਹਿੰਦਾ। ਔਰ ਚਿੰਤਾ ਦੇ ਵਿੱਚ ਜਦੋਂ ਆਪਾਂ ਜ਼ਿਆਦਾ ਭੂਤ ਕਾਲਜ ਚੱਲ ਜਾਂਦੇ ਹਾਂ ਨਾ, ਤੇ ਸਾਨੂੰ ਇੱਕ ਬਿਮਾਰੀ ਲੱਗ ਜਾਂਦੀ ਹੈ, ਐਂਗਜ਼ਾਇਟੀ। ਔਰ ਇਹ ਸਮਾਜ ਫਿਰ ਤੁਹਾਨੂੰ ਕਹਿੰਦਾ ਵਾ ਕਿ ਤੁਹਾਨੂੰ ਦਵਾਈ ਖਾਣੀ ਪੈਣੀ। ਤੇ ਉਹ ਜਿਹੜੀ ਬਿਮਾਰੀ ਆ, ਉਹ ਬਿਮਾਰੀ ਜਿਹੜੀ ਆ, ਉਹ ਬੰਦਾ ਫਿਰ ਕੀ ਕਰਦਾ ਹੈ? ਲੋਕੀ ਕਹਿ ਦਿੰਦੇ ਨੇ, ਆਮ ਵੀ ਮਾੜੇ ਮੋਟੇ ਡਾਕਟਰ ਵੀ ਕਹਿੰਦੇ ਵੀ ਤੈਨੂੰ ਦਵਾਈ ਖਾਣੀ ਪੈਣੀ ਆ, ਤੇਰੇ ਦਿਮਾਗ ਦਾ ਜਿਹੜਾ ਨਾ ਕੈਮੀਕਲ ਇਨਬੈਲੈਂਸ ਹੋ ਗਿਆ। ਔਰ ਉਹ ਬੰਦਾ ਵਿਸ਼ਵਾਸ ਕਰਦਾ, ਉਹਨੂੰ ਫਿਰ ਲੱਗਦੀ ਦਵਾਈ ਡਿਪਰੈਸ਼ਨ ਦੀ, ਐਂਟੀ ਐਂਗਜ਼ਾਇਟੀ। ਉਹਦੇ ਦਿਮਾਗ 'ਚ ਇੱਕ ਕੀੜਾ ਵੜ ਜਾਂਦਾ ਕਿ ਮੈਂ ਗੋਲੀ ਖਾਵਾਂਗਾ ਤੇ ਤਾਂ ਹੀ ਮੈਂ ਠੀਕ ਹੋਣਾ। ਨਿਜਰ ਸਾਹਿਬ, ਮੇਰੀ ਨਾ ਸੱਸ ਆਈ ਮੇਰੇ ਕੋਲ, ਨਿਜਰ ਸਾਹਿਬ, ਉਹਦੇ ਨਾ ਢਿੱਡ 'ਚ ਪੀੜ ਹੁੰਦੀ। ਚਲੋ ਮੈਂ ਮਾਤਾ ਨੂੰ ਦਵਾਈ ਲਿਆ ਕੇ ਦਿੱਤੀ, ਪਹਿਲਾਂ ਘਰੇ ਦਵਾਈ ਸੀ। ਕਹਿੰਦੀ ਪੁੱਤ ਮੈਂ ਨਹੀਂ ਠੀਕ ਹੋਣਾ, ਮੈਨੂੰ ਟੀਕਾ ਲਵਾ ਕੇ ਲਿਆ। ਮੈਂ ਚੱਲ ਮਾਤਾ ਕੋਈ ਨੀ, ਟੀਕਾ ਤੇ ਆਖਰੀ ਤੇ ਆ ਰਿਹਾ, ਪਹਿਲਾਂ ਹੋਰ ਦਵਾਈ ਖਾ ਲਾ। ਮੈਂ ਹੋਰ ਵਧੀਆ ਮੈਡੀਕਲ ਸਟੋਰ ਤੋਂ ਦਵਾਈ ਲਿਆ ਕੇ ਦਿੱਤੀ। ਕਹਿੰਦੀ ਨਹੀਂ ਪੁੱਤ ਮੈਂ ਨਹੀਂ ਠੀਕ ਹੋਣਾ, ਇਹ ਪੀੜ ਜਿਹੜੀ ਨਾ ਮੈਨੂੰ ਟੀਕਾ ਲਾਇਆ ਠੀਕ ਹੁੰਦੀ। ਵੇਖੋ ਨਿਜਰ ਸਾਹਿਬ, ਬੰਦੇ ਦਾ ਦਿਮਾਗ। ਮੈਂ ਮਾਤਾ ਗੱਲ ਸੁਣ, ਇਹ ਜਿਹੜੀ ਦਵਾਈ ਤੈਨੂੰ ਦਿੱਤੀ ਹੈ ਨਾ, ਇਹ ਤੇ ਬੜੀ ਸਟਰੋਂਗ ਦਵਾਈ ਆ, 500 ਮਿਲੀ, ਤੇਰਾ ਢਿੱਡ ਠੀਕ ਹੋਣਾ ਚਾਹੀਦਾ। ਨਹੀਂ ਕਹਿੰਦੀ ਚਰਨਜੀਤ ਤੈਨੂੰ ਦੱਸਿਆ ਨਾ ਕਿ ਕਿਤੇ ਬਿਨਾਂ ਮੈਂ ਠੀਕ ਨਹੀਂ ਹੁੰਦੀ। ਚਲੋ ਉੱਥੇ ਮੈਂ ਹਸਪੀਟਲ ਲੈ ਗਿਆ, ਉਹਨੇ ਟੀਕਾ ਪਤਾ ਨੀ ਪਾਣੀ ਦਾ ਲਾਤਾ ਇਹਨੂੰ, ਕਹਿੰਦੀ ਹੁਣ ਮੈਂ ਠੀਕ ਹੋ ਗਈ। ਮੈਂ ਵਾਹ ਬੇਬੇ ਤੇਰੀ, ਵਾਹ ਵੀ ਵਾਹ। ਉਹ ਇਹ ਹੁੰਦੇ ਮਾਈਂਡ ਸੈਟ। ਮੈਂ ਉਹ ਫਲਾਨਾ ਕੰਮ ਕਰੂੰਗਾ, ਉਹ ਮਾਨਸਿਕ ਤੌਰ ਤੇ ਹੁੰਦਾ, ਬਾਕੀ ਤਾਂ ਹੀ ਮੈਂ ਠੀਕ ਹੋਣਾ, ਉਹ ਤਾਂ ਮੈਂ ਠੀਕ ਨਹੀਂ ਹੋਣਾ। ਇਸੇ ਤਰ੍ਹਾਂ ਡਿਪਰੈਸ਼ਨ ਦੀਆਂ ਗੋਲੀਆਂ ਜਿਹੜੇ ਲੋਕੀ ਖਾਂਦੇ ਨੇ, ਉਹ ਗੋਲੀਆਂ 'ਚ ਹੈ ਕਿ ਨਹੀਂ ਹੈ ਕੁਛ ਮੈਨੂੰ ਪਤਾ ਨਹੀਂ, ਬਟ ਮੋਸਟਲੀ ਜਿਹੜਾ ਪੇਸ਼ੈਂਟ ਹੈ ਨਾ, ਜਿਹੜਾ ਉਹ ਆਪਣੇ ਆਪ ਨੂੰ ਸੋਚਦਾ ਹੈ ਕਿ ਮੈਂ ਗੋਲੀ ਨਾਲ ਹੀ ਠੀਕ ਹੋਣਾ ਵਾ, ਉਹ ਆਪਣੇ ਆਪ ਨੂੰ ਕਮਜ਼ੋਰ ਕਰਦਾ, ਗੁਲਾਮ ਬਣਾ ਲੈਂਦਾ ਦਵਾਈ। ਦਵਾਈ ਦਾ ਗੁਲਾਮ ਬਣ ਜਾਂਦਾ। ਔਰ ਕੋਸ਼ਿਸ਼ ਕਰਿਆ ਕਰੋ, ਬਾਣੀ ਕਹਿੰਦੀ ਆ ਕਿ ਹੋਣੀ ਅਣਹੋਣੀ ਜਿਹੜੀ ਹੋਣੀ ਹੋ ਕੇ ਰਹਿਣੀ। ਜਿਹੜਾ ਬੀਤਿਆ ਜੀਵਨ ਹੈ ਨਾ, ਦੇਖੋ ਬੀਤੇ ਜੀਵਨ 'ਚ ਕਈ ਵਾਰੀ ਗਲਤੀਆਂ ਹੋ ਗਈਆਂ ਨੇ, ਸਾਡੇ ਕੋਲ ਮਿਸਟੇਕ ਹੁੰਦੀਆਂ ਨੇ। ਉਸ ਚੀਜ਼ ਨੂੰ ਬਾਰ-ਬਾਰ ਪੁਰਾਣਾ ਰਿਕਾਰਡ ਮਨ 'ਚ ਚਲਾਉਣਾ, ਉਹਦੇ ਨਾਲ ਸਾਡਾ ਮਨ ਸ਼ੁੱਧ ਰਹੂਗਾ, ਤੰਦਰੁਸਤ ਰਹੂਗਾ। ਨਹੀਂ ਜਿੱਤਾ ਨਹੀਂ, ਉਹਨੇ ਵਿਚਾਰੇ ਨੇ ਕਹਿਣਾ ਕਿ ਇੱਕ ਕੈਸਟ ਦਾ ਤੂੰ ਕਥਾਈ ਦਿੱਤੀ ਆ, ਪਤਾ ਨੀ 10 ਸਾਲ ਦੀ ਕੈਸਟ ਲਾਈ ਆ, ਤੂੰ ਕੱਢਦਾ ਹੀ ਨਹੀਂ। ਬਾਰ-ਬਾਰ ਤੂੰ ਮਾਮਾ ਮੇਰਾ ਹੈਡ ਹੀ ਘਸਾਤਾ, ਤੂੰ ਪਿਓ ਦਾ ਪੁੱਤਾ ਲੱਗਦਾ ਰੀਲ ਤੋੜ ਕੇ ਜਾਨ ਛੱਡਣੀ। ਉਹ ਹਿਸਾਬ ਹੈ। ਉਹ ਕਹਿੰਦਾ ਵਾ ਕਿ ਤੂੰ ਏਦਾਂ ਕਰ ਕਿ ਇਹ ਸੰਸਾਰ ਵਰਤਮਾਨ ਕਾਲ 'ਚ ਹੈ,
हाँ जी गलती हो गई है उस तो सबक लिया जा सकता है और आने वाले समय च आप रिपीट ना करिए होर नहीं जैसा इस तो बाद की कर सकते हैं आप बिल्कुल भैया जी गलती हो गई है ਉਹਨੂੰ ਆਪਾਂ ਕੀ ਕਰ ਸਕਦੇ ਹਾਂ ਉਹਨੂੰ ਰਿਪੀਟ ਨਾ ਕੀਤਾ ਜਾਵੇ ਔਰ ਧਰਮ ਪਤਾ ਤੁਹਾਨੂੰ ਕੀ ਸਿਖਾਉਂਦਾ ਜੇ ਤੁਸੀਂ ਸਾਧਨਾ ਕੀਤੀ ਤੁਹਾਨੂੰ ਇੰਡੀਵਿਜੂਅਲ ਬਣਾਉਂਦਾ ਕਿਸੇ ਤੇ ਨਿਰਭਰ ਨਹੀਂ ਕਰਦਾ ਉਹ ਕਹਿੰਦਾ ਤੁਹਾਡੀ ਖੁਸ਼ੀ ਤੁਹਾਡੇ ਆਪਣੇ ਹੱਥਾਂ 'ਚ ਹੋਊਗੀ ਗੋ ਹੈਡ ਮੋਸਟਸ हाँ जी ठीक है जी निजर साहब अंतों को बोलो जी हे मन चंचला चतुराई किने ना पाया चतुराई ना पाया किने तू सुन मन मेरिया। हाँ जी जी देख लो मन नू कह रहे भाई मन दियां चतुराइयां हाँ जी मन दियां चतुराइयां रोजर कैप थैंक यू। हाँ जी ये जिहड़ा मन है मन ਦੇ ਅੰਦਰ ਨਾ ਹੰਕਾਰ ਹੁੰਦਾ ਤੇ ਹੰਕਾਰ ਕਰਕੇ ਚਲਾਕੀਆਂ ਚੱਲਦਾ ਔਰ ਇਹ ਮਨ ਦਾ ਸੁਭਾਅ ਹੈ ਇਹ ਖਾਸ ਕਰਕੇ ਹੰਕਾਰ ਏਡੀ ਮਾੜੀ ਚੀਜ਼ ਹੈ ਕਈ ਵਾਰੀ ਬੰਦੇ ਨੂੰ ਪਤਾ ਵੀ ਨਹੀਂ ਹੁੰਦਾ ਤੇ ਬੰਦਾ ਪ੍ਰਟੈਂਡ ਕਰਦਾ ਕਿ ਮੈਨੂੰ ਪਤਾ ਹੈ ਠੀਕ ਹੈ ਸਭ ਬਿਲਕੁਲ ਕਦੀ ਵੀ ਗੁਰਕੀ ਸਾਹਿਬ ਆਪਾਂ ਧਰਮ ਚ ਜ਼ਿਆਦਾ ਹੀ ਪ੍ਰੋਬਲਮ ਜੀ। ਹਾਂਜੀ ਹਾਂਜੀ ਮਨ ਐਸੀ ਚੀਜ਼ ਹੈਗਾ ਨਾ ਇਹ ਨਾ ਸਮਝਦਾ ਹੈ ਕਿ ਮੇਰੇ ਤੋਂ ਜਿਹੜਾ ਸਿਆਣਾ ਕੋਈ ਨਹੀਂ ਹੈਗਾ ਦੁਨੀਆ 'ਚ ਬਸ ਆਹੀ ਇਹਦਾ ਭਰਮ ਸਭ ਤੋਂ ਵੱਡਾ ਭਰਮ ਹੈ ਔਰ ਇਹਦੇ ਭਟਕਣਾ ਦਾ ਕਾਰਨ ਵੀ ਇਹੋ ਮਨ ਮੰਨਦਾ ਹੀ ਨਹੀਂ ਹੈ ਕਿਉਂ ਨਹੀਂ ਮੰਨਦਾ ਕਿਉਂਕਿ ਮਨ ਜਿਹੜਾ ਹੈ ਮਾਇਆ ਦਾ ਏਜੰਟ ਹੈ ਮਨ ਕੋਈ ਚੰਗੀ ਚੀਜ਼ ਥੋੜੀ ਹੈਗੀ ਹੈ ਜੇ ਮਨ ਬਹੁਤਾ ਵਧੀਆ ਹੋਵੇ ਤੇ ਗ੍ਰੰਥ ਨੂੰ ਕਹਿਣ ਚ ਬੜਾ ਵਧੀਆ ਮਨ ਜਿਹੜਾ ਹੈ ਨਾ ਮਨ ਸਾਨੂੰ ਕੀ ਕਰਦਾ ਹੈ ਮਨ ਸਾਨੂੰ ਭੌਤਿਕ ਪਦਾਰਥਾਂ ਨਾਲ ਜੋੜਨਾ ਚਾਹੁੰਦਾ ਔਰ ਇਹਦੇ ਮਗਰ ਜਿਹੜੀ ਸੁਰਤੀ ਵਿੱਚ ਉੱਥੇ ਸ਼ਕਤੀ ਪ੍ਰਾਪਤ ਕਰਦਾ ਇਹ ਕੀ ਕਰਦਾ ਸੁਰਤੀ ਨੂੰ ਨਾਲ ਧੀ ਕਰਦਾ ਹੈ ਔਰ ਸੁਰਤੀ ਹੈਗੀ ਜੀਵ ਦੀ ਔਰ ਇਸੇ ਕਰਕੇ ਜੀਵ ਬੰਧਨ ਚ ਬੱਚਾ ਇਹ ਜਿਹੜੀ ਚੀਜ਼ ਨੂੰ ਦੇਖੋ ਤੁਸੀਂ ਜਸਟ ਸੈਕਿੰਡ ਨੋਟਿਸ ਕਰੋ ਅੱਜ ਘਰ ਤੁਹਾਡੇ ਕੋਲ ਨਹੀਂ ਹੈਗਾ ਮੰਨ ਲਓ ਉਹ ਤੁਹਾਨੂੰ ਘਰ ਮਿਲ ਗਿਆ ਇਹਨੇ ਨੂੰ ਛੱਡ ਦੇਣਾ ਇਹਨੇ ਕਹਿਣਾ ਹੁਣ ਉਹ ਘਰ ਚਾਹੀਦਾ ਮੈਨੂੰ ਤੁਸੀਂ ਛੋਟੇ ਬੱਚੇ ਨੂੰ ਮੇਲੇ 'ਚ ਲੈ ਜਾਓਗੇ ਨਾ ਉਹਨੂੰ ਇੱਕ ਖਿਡੌਣਾ ਲੈ ਦੋਗੇ ਨਾ ਉਹਨੇ ਕਹਿਣਾ ਨਹੀਂ ਹੁਣ ਤੀਜਾ ਚਾਹੀਦਾ ਤੁਸੀਂ ਦੂਜਾ ਲੈ ਤਾ ਉਹਨੇ ਕਹਿਣਾ ਨਹੀਂ ਹੁਣ ਤੀਜਾ ਚਾਹੀਦਾ ਇਹ ਮਨ ਦਾ ਸੁਭਾਅ ਆ ਮਨ ਜਿਹੜਾ ਹੈ ਪਵਨ ਵਾਂਗੂ ਆ ਔਰ ਇਹ ਇੱਕ ਥਾਂ ਟਿਕ ਕੇ ਨਹੀਂ ਬੈਠ ਸਕਦਾ ਔਰ ਮਨ ਸਾਡੀ ਭਾਵਨਾ ਵਾ ਫੀਲਿੰਗ ਯਥਾਰਥ ਸੱਚ ਨਹੀਂ ਹੈਗਾ ਉਹ ਜਸਟ ਕੁਝ ਸਮੇਂ ਲਈ ਆਈ ਆ ਔਰ ਜੇਕਰ ਉਹ ਆਈ ਨੂੰ ਆਪਾਂ ਸਮਝ ਲੈਂਦੇ ਹਾਂ ਤੇ ਸਾਡਾ ਜੀਵਨ ਸਵਰਗ ਹੋ ਜਾਂਦਾ ਹੈ ਪਰ ਜੇਕਰ ਅਸੀਂ ਉਹਦੀਆਂ ਜਿੱਦਾਂ ਨੂੰ ਪੂਰਾ ਕਰਾਂਗੇ ਤੇ ਫਿਰ ਸਾਡਾ ਜੀਵਨ ਬੜਾ ਗਲਤ ਹੋ ਜਾਊਗਾ ਔਰ ਕਈ ਐਸੇ ਕੰਮ ਵੀ ਕਰਾਂਗੇ ਉਹਨਾਂ ਨੂੰ ਮਿਟਾ ਨਹੀਂ ਸਕਦੇ ਆਪਾਂ ਕਿਉਂਕਿ ਮਨ ਨੇ ਤੇ ਕਰਾ ਦੇਣੇ ਮੁੜ ਕੇ ਮਨ ਨੇ ਰਹਿਣਾ ਉੱਥੇ ਨਹੀਂ ਪਰ ਭੋਗਣਾ ਸਾਨੂੰ ਪੈਣਾ ਤੁਸੀਂ ਅਬ ਦੇਖੋ ਅਕਸਰ ਤੁਸੀਂ ਕਈ ਕੰਮ ਕੀਤੇ ਆ ਤੁਸੀਂ ਘਰੇ ਲੜੇ ਵੀ ਜੋ ਮੁੜ ਕੇ ਕਿਉਂ ਉਦੋਂ ਜਿਹੜਾ ਬੰਦਾ ਪਛਤਾਉਂਦਾ ਵਾ ਉਹ ਬੰਦਾ ਤੇ ਲੜਿਆ ਨਹੀਂ ਹੁੰਦਾ ਨੇ ਜਿੱਦਾਂ ਉਹ ਦੇਖੋ ਜਿਹੜਾ ਬੰਦਾ ਤੁਹਾਡੇ ਅੰਦਰ ਪਛਤਾਵਾ ਕਰਦਾ ਹੈ ਜਿਹੜਾ ਮਾਫੀਆਂ ਮੰਗਦਾ ਮੁੜ ਕੇ ਉਹ ਬੰਦਾ ਲੜਿਆ ਦੱਸੋ ਮੈਨੂੰ ਉਹ ਨਹੀਂ ਬੰਦਾ ਲੜਿਆ ਜਿਹੜਾ ਲੜਿਆ ਉਹ ਤੇ ਮਾਫੀ ਮੰਗਦਾ ਹੀ ਨਹੀਂ ਸਰੀਰ ਵਿਚਾਰਾ ਮੰਗਦਾ ਕਿ ਉਹ ਮੇਰੀ ਘਰ ਦੀ ਆ ਹੁਣ ਮੈਂ ਤਾਂ ਕੰਮ ਤੇ ਕਰ ਲਿਆ ਹੁਣ ਜੀਵਨ ਤੇ ਕੱਢਣਾ ਵਾ ਇਹ ਥੋੜੀ ਲੜਿਆ ਤੂੰ ਇਹ ਕੋਈ ਮਾੜੀ ਮੋਟੀ ਗੱਲ ਹੈ ਕਿ ਤੂੰ ਇਹਨੂੰ ਚੱਲ ਜਾ ਤੇ ਮੈਂ ਇਹਨੂੰ ਚੱਲ ਜਾ ਉਹ ਜੀਵਨ ਤੇ ਉਹ ਲੰਬੀ ਚੌੜੀ ਗੇਮ ਹੈ ਫਿਰ ਉਹਨੂੰ ਅਗਲ ਆਉਂਦੀ ਫਿਰ ਬੁੱਧੀ ਵਰਤਦਾ ਬਈ ਹੁਣ ਤੇ ਲੜਾਈ ਕੀ ਤੇ ਨੁਕਸਾਨ ਬਹੁਤ ਹੈ ਕਿਉਂ ਨਾ ਆਪਾਂ ਰਜਾਮੰਦੀ ਕਰ ਲਈਏ ਕਹਿੰਦੇ ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ ਤੇ ਰਜਾਮੰਦੀ ਕਰ ਲਈਏ ਤੇ ਨਿਬੜ ਜਾਂਦੇ ਨੇ ਜਿਸ ਤਰ੍ਹਾਂ ਗਾਣਾ ਹੈਗਾ ਨਾ ਬਿਲਕੁਲ ਸਿਕੰਦਰ ਦਾ ਉਹ ਕਹਿੰਦਾ ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ ਤੇ ਰਜਾਮੰਦੀ ਕਰ ਲਈਏ ਤੇ ਨਿਬੜ ਜਾਂਦੇ ਨੇ ਰਜਾਮੰਦੀ ਕਰਨੀ ਪੈਂਦੀ ਹੈ ਕਰਨੀ ਪੈਂਦੀ ਹੈ ਆਪਸ਼ਨ ਹੀ ਨਹੀਂ ਹੈਗਾ ਕਿੱਡੇ ਕਿੱਡੇ ਵੱਡੇ ਬੱਚੇ ਹੋ ਗਏ ਹੁਣ ਕਿੱਧਰ ਜਾਓਗੇ ਉਹ ਕਈ ਵਾਰੀ ਏਦਾਂ ਦਾ ਹੁੰਦਾ ਵਾ ਸਿਸਟਮ ਬੰਦੇ ਕੋਪ ਨਹੀਂ ਹੁੰਦਾ ਔਰ ਬੰਦੇ ਨੂੰ ਫਿਰ ਉਹ ਉਸ ਸਿਸਟਮ ਦੇ ਨਾਲ ਚੱਲਣਾ ਪੈਂਦਾ
ਤੇ ਜੇ ਆਪਾਂ ਕੰਪਲੇਂਟਾਂ ਕਰੀ ਜਾਵਾਂਗੇ ਮਨ ਦੇ ਅਨੁਸਾਰ ਲੱਗ ਕੇ, ਮਨ ਤੇ ਚਦਾਈ ਬਣਾਉਂਦਾ ਸਾਨੂੰ। ਔਰ ਫਿਰ ਇਹ ਕੀ ਕਰੂਗਾ, ਇਹਨੇ ਤੁਹਾਨੂੰ ਖੁਸ਼ ਨਹੀਂ ਰਹਿਣ ਦੇਣਾ। ਇਹਨੇ ਹਮੇਸ਼ਾ ਹੀ ਕਹਿਣਾ ਕਿ ਤੇਰੀ ਨੌਕਰੀ ਜਿਹੜੀ ਹੈ ਨਾ ਮਾੜੀ ਆ, ਤੇ ਤੂੰ ਜਿਹੜਾ ਡਿਜ਼ਰਵ ਕਰਦਾ ਵੱਡੀ ਨੌਕਰੀ। ਆਹ ਮਾੜੀ ਚੀਜ਼ ਨੇ ਪਰ ਵਧਣਾ ਚਾਹੀਦਾ। ਜਿਹੜੀ ਹੈਗੀ ਆ, ਜਿਹੜੀ ਚਿੜੀ ਬੈਠੀ ਆ, ਉਹਦੀ ਰਿਸਪੈਕਟ ਤੇ ਕਰੀਏ ਨਾ ਜੈਸਾ। ਪਰ ਕਹਿੰਦਾ ਉਹਨੂੰ ਛੱਡ ਦੇ, ਜਿਹੜੀ ਉੱਡਦੀ ਉਹਨੂੰ ਫੜੀਏ। ਔਰ ਇਸੇ ਕਰਕੇ ਆਪਾਂ ਦੁਖੀ ਹਾਂ। ਹੁਣ ਦੇਖੋ ਛੋਟੇ ਬੱਚਿਆਂ ਨੂੰ, ਜਾਨਵਰਾਂ ਨੂੰ ਕਿਉਂ ਨਹੀਂ ਡਿਪਰੈਸ਼ਨ ਹੁੰਦਾ ਕਿਤੇ ਵੇਖੋ ਨਾ, ਜੈਸਾ ਚਿੜੀਆਂ ਕਾਵਾਂ ਨੂੰ ਡਿਪਰੈਸ਼ਨ ਹੋਇਆ ਵੇਖਿਆ, ਪਰ ਹੋਸ਼ ਨਹੀਂ ਹੈਗੀ ਇਹਨਾਂ ਨੂੰ। ਪਰ ਵਰਤਮਾਨ ਕਾਲ ਚ ਛੋਟਾ ਬੱਚਾ ਵੀ ਵਰਤਮਾਨ ਕਾਲ ਚ, ਔਰ ਜਿਵੇਂ ਜਿਵੇਂ ਬੱਚਾ ਵੱਡਾ ਹੋਈ ਜਾਂਦਾ, ਔਰ ਅਸੀਂ ਕੀ ਕਰਦੇ ਹਾਂ, ਉਹਨੂੰ ਇਨਫੋਰਮੇਸ਼ਨ ਦੇਈ ਜਾਂਦੇ ਉਹਦਾ ਵਰਤਮਾਨ ਕਾਲ ਰੂਪ ਤੋਂ ਖੋਹ ਲੈਂਦੇ। ਫਿਰ ਉਹ ਬੱਚਾ, ਉਹ ਜਿੰਨਾ ਪਹਿਲਾਂ ਛੋਟਾ, ਦੇਖੋ ਬਿਨਾਂ ਮਤਲਬ ਤੋਂ ਹੱਸੀ ਜਾਂਦੇ, ਆਪਾਂ ਚਿੜੀ ਜਾਂਦੇ ਆ, ਉਹ ਕੋਈ ਵੇਖੋ ਨਿਆਣੇ ਐਵੇਂ ਹੱਸੀ ਜਾਂਦੇ ਜੋ, ਇਹ ਗੱਲਬਾਤ ਨਹੀਂ, ਐਵੇਂ ਪੁੱਤ ਹੱਸੀ ਜਾਂਦਾ ਵਾ। ਆਪਾਂ ਵੀ ਚਲਾਕ ਬਣਦੇ ਆਪਣੇ ਚ। ਉਹ ਕੋਈ ਮਾੜਾ ਜਿਹਾ ਰੱਦੀ ਚੁਟਕਲਾ ਵੀ ਹੋ ਗਿਆ ਨਾ, ਤੇ ਉਹਨਾਂ ਬੜਾ ਖੁਸ਼ ਹੋਣਾ ਕਿ ਜਿੱਦਾਂ ਪਤਾ ਨਹੀਂ ਕੀ ਕਰਦਾ, ਰੱਦੀ ਚੁਟਕਲਾ ਦੇ। ਔਰ ਸਾਨੂੰ ਵੀ ਜੇ ਹਸਾਉਣ ਦੀ ਕੋਸ਼ਿਸ਼ ਵੀ ਕਰਦਾ, ਤੇ ਅਸੀਂ ਕਹਾਂਗੇ ਭਰਾ ਚੁਟਕਲਾ ਤੇ ਵਧੀਆ ਹੱਸਣਾ। ਉਹ ਮੈਂ ਕਹਿੰਦਾ ਭਰਾਈ, ਤੁਹਾਨੂੰ ਕੋਈ ਹਸਾਉਣਾ ਚਾਹੁੰਦਾ ਹੈ ਨਾ, ਭਾਵੇਂ ਰੱਦੀ ਤੋਂ ਰੱਦੀ ਚੁਟਕਲਾ ਹੈ ਨਾ, ਇੰਨਾ ਹੱਸੋ ਕਿ ਤੁਹਾਡੀਆਂ ਅੱਖਾਂ 'ਚ ਅੱਥਰੂ ਆ ਜਾਣ, ਤੇ ਤੁਹਾਨੂੰ ਡਿਪਰੈਸ਼ਨ ਹੋਣਾ ਹੀ ਨਹੀਂ, ਨਾ ਹੀ ਤੁਹਾਨੂੰ ਐਨਗਜ਼ਾਇਟੀ ਹੋਣੀ ਹੈ। ਕਿਤੇ ਹੱਸ ਕੇ ਵੇਖੋ। ਹੱਸਣਾ ਬਹੁਤ ਜ਼ਰੂਰੀ ਹੈ, ਔਰ ਇਨਸਾਨ ਹੱਸਣਾ ਭੁੱਲ ਗਿਆ। ਅੱਜ ਬੰਦਾ ਦੁਖੀ ਪਤਾ ਕਿਉਂ? ਬੰਦਾ ਦੁਖੀ ਇਸ ਕਰਕੇ ਆ, ਇਸ ਕੋ ਕੀ ਹੈ ਨਹੀਂ, ਇਹਦੇ ਕਰਕੇ ਨਹੀਂ ਦੁਖੀ। ਇਹ ਦੁਖੀ ਇਸ ਕਰਕੇ ਕਿ ਲੋਕਾਂ ਕੋ ਕਿਉਂ ਆ, ਜੈਸਾ ਬਿਲਕੁਲ। ਔਰ ਇਹਦੇ ਕਰਕੇ ਇਨਸਾਨ ਦੁਖੀ, ਔਰ ਆਪਣਾ ਤੇ ਵੇਂਦੇ ਨਹੀਂ ਵਿਚਾਰਾ। ਔਰ ਇਹ ਸਾਨੂੰ ਹੱਸਣਾ ਜਿਹੜਾ ਉਹ ਸਾਡੇ ਜੀਵਨ ਦੀ ਇੱਕ ਮੈਡੀਸਨ ਹੈ। ਮੈਂ ਕਹਿੰਦਾ ਕੋਈ ਵੀ ਤੁਹਾਡੇ ਨਾਲ ਤੁਹਾਨੂੰ ਹਸਾਉਣ ਦੀ ਕੋਸ਼ਿਸ਼ ਕਰਦਾ ਹੈ, ਜਿੱਥੇ ਵੀ ਮੌਕਾ ਮਿਲਦਾ ਹੈ, ਜ਼ਰੂਰ ਹੱਸੋ। ਇਹ ਸਾਡੇ ਜੀਵਨ ਦਾ ਬੜਾ ਵੱਡਾ ਹਿੱਸਾ ਹੈ, ਔਰ ਅਸੀਂ ਹੱਸਣਾ ਭੁੱਲ ਗਏ। ਤੁਸੀਂ ਵੇਖੋ, ਮੈਨੂੰ ਯਾਦ ਕਰੋ, ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਤੁਸੀਂ ਖੁੱਲ ਕੇ ਹੱਸੇ ਹੋਗੇ। ਔਰ ਇਹ ਹਰ ਕਿਸੇ ਦੀ ਪ੍ਰੋਬਲਮ ਹੈ। ਔਰ ਉਹ ਨਾ ਹੱਸਣ ਦੇ ਕਰਕੇ ਕੀ ਹੁੰਦਾ ਕਿ ਹੱਸਣ ਦੇ ਨਾਲ ਕਹਿੰਦੇ ਪਤਾ ਨਹੀਂ ਕਿੰਨੇ ਸਾਡੇ ਚਿਹਰੇ ਦੇ ਮਸਲ ਨਿਚੜਦਾ, ਉਹ ਸਾਰੇ ਕਹਿੰਦੇ ਐਕਟੀਵੇਟ ਹੋ ਜਾਂਦੇ, ਔਰ ਸਾਨੂੰ ਕਈਆਂ ਕਿਸਮ ਦੀਆਂ ਚਿੰਤਾ ਤੋਂ ਦੂਰ ਕਰਦੇ, ਮੁਕਤ ਕਰਦੇ। ਹੱਸਣਾ ਕਿੱਡਾ ਜ਼ਰੂਰੀ ਹੈ। ਜਿਹੜਾ ਬੰਦਾ ਹੱਸਦਾ ਹੀ ਨਹੀਂ, ਤੇ ਦੇਖੋ ਆਪਾਂ ਫੁੱਲ ਕੋ ਜਾਂਦੇ ਹਾਂ, ਉਹ ਖਿੜਿਆ ਫੁੱਲ ਹੈ, ਉਹਦੇ ਕੋਲ ਤਾਂ ਹੀ ਚਾਹੀਦਾ, ਮੁਰਝਾਏ ਫੁੱਲ ਕੋ ਪਹੁੰਚ ਜਾਂਦਾ ਨਿਜਰ ਸਾਹਿਬ। ਹੁਣ ਜੇ ਤੋਰੀ ਵਰਗਾ ਮੂੰਹ ਲੈ ਕੇ ਤੁਰਿਆ ਫਿਰੂੰਗਾ ਮੈਂ, ਤੇ ਮੈਨੂੰ ਕਹਿੰਦੇ ਕੋਣਾ ਹੀ ਨਹੀਂ। ਤੇ ਜੇ ਮੈਂ ਥੋੜਾ ਜਿਹਾ ਕਿਹਨੂੰ ਮਿਲਦਾ ਹਾਂ ਤੇ ਸਮਾਈਲ ਕਰਦਾ ਵਾਂ, ਔਰ ਉਹ ਅਗਲਾ ਵੀ ਤਾਂ ਖੁਸ਼ ਹੁੰਦਾ, ਉਹ ਵੀ ਸਮਾਈਲ ਦਿੰਦਾ ਅਗਲੋਂ। ਤੇ ਜੇ ਮੈਂ ਸੜਿਆ ਭੁੱਜਿਆ ਮੂੰਹ ਲੈ ਕੇ ਘਰ ਤੁਰਿਆ ਫਿਰਦਾ ਵਾਂ, ਤੇ ਮੈਂ ਕਿੰਨੀ ਨੈਗੇਟਿਵ એનર્ਜੀ ਮੈਂ ਉਹ ਫੈਲਾ ਰਿਹਾ ਘਰ ਦੇ ਵਿੱਚ ਬਿਨਾਂ ਕਾਰਨ ਤੇ। ਔਰ ਮੈਂ ਚਾਹੁੰਦਾ ਕਿ ਜੇ ਮੈਂ ਮਾੜਾ ਮੋਟਾ ਦੁਖੀ ਹਾਂ ਤੇ ਸਾਰੇ ਦੁਖੀ ਹੋ ਜਾਣ, ਦੂਜੇ ਵੀ ਨਾ ਹੱਸਣ। ਇਹ ਸਾਡੀ ਸੋਚ ਹੋ ਗਈ। ਔਰ ਛੋਟੇ ਛੋਟੇ ਬੱਚੇ, ਉਹ ਸਾਡੀਆਂ ਗੱਲਾਂ ਦੀ ਪਰਵਾਹ ਨਹੀਂ ਕਰਦੇ, ਜਿੰਨਾ ਮਰਜ਼ੀ ਤੁਸੀਂ ਰੋਕ ਲਓ, ਉਹ ਸੁਣਦੇ ਸਾਡੀਆਂ ਗੱਲਾਂ ਨਾ। ਉਹ ਵੇਖੋ, ਉਹ ਲੜਦੇ ਆ, ਲੜਨ ਤੋਂ ਬਾਅਦ 5 ਮਿੰਟਾਂ ਬਾਅਦ 10 ਮਿੰਟਾਂ ਬਾਅਦ ਉਹਨਾਂ ਫਿਰ ਰਜਾਮੰਦੀ ਕਰਕੇ ਫਿਰ ਨਿੱਜਾ ਸਭ ਉੱਥੇ ਖੇਡਣਾ। ਬਿਲਕੁਲ। ਔਰ ਜਦ ਕਿ ਜਦੋਂ ਲੜੇ ਹੁੰਦੇ ਤਾਂ ਕਹਿੰਦੇ ਭਾਈ ਮੈਨੂੰ ਤੂੰ ਪਾਉਣਾ ਨਹੀਂ, ਮੇਰੇ ਨਾਲ ਘਰ ਵੜਨਾ। ਅੱਧੇ ਘੰਟੇ ਬਾਅਦ ਫਿਰ ਉਹਨਾਂ ਉੱਥੇ ਇਕੱਠੇ ਖੇਡਣਾ। ਤੇ ਸਾਡੇ ਵਰਗੇ ਮਾਮਾ ਵੀ ਸਮਝਾਉਂਦੇ ਹੁੰਦੇ ਸੈਕਟਰੀ ਕਿ ਮਾਮਾ ਜਿਹੜੇ ਗਰੁੱਪ ਚ ਹੈਗੇ ਕਿ ਚਰਨਜੀਤ ਦੇਖ ਲਾ, ਬੱਚਿਆਂ ਕਰਕੇ ਹੀ ਲੜਦੇ ਆ, ਤੇ ਉਹ ਬੱਚੇ ਫਿਰ ਇਕੱਠੇ ਖੇਡਦੇ ਤੇ ਅਸੀਂ ਸਿਆਣੇ ਮੁੜ ਕੇ ਲੜ ਕੇ ਬਹਿ ਜਾਂਦੇ। ਔਰ ਇਹ ਘਰਾਂ ਦੀਆਂ ਕਿੰਨੀਆਂ ਸਮੱਸਿਆਵਾਂ ਨੇ, ਇਹ ਛੋਟੀ ਕਰਕੇ ਗੱਲਾਂ ਕਰਕੇ ਆਪਾਂ ਕਿੰਨੇ ਆਪਣੇ ਘਰਾਂ ਚ ਮਤਲਬ ਡਿਸਪਿਊਟ ਪੈਦਾ ਕਰ ਲੈਂਦੇ ਆਪਣੀ ਲਾਈਫ। ਤੋ ਇਹ ਚੀਜ਼ਾਂ ਜਿਹੜੀਆਂ ਨਿੱਜਰ ਸਾਹਿਬ ਧਾਰਮਿਕ ਦੇ ਨਾਲ ਜਿਹੜੀਆਂ ਛੋਟੀ ਛੋਟੀਆਂ ਇਹ ਵੀ ਗੱਲਾਂ ਨਾ ਬੜੀਆਂ ਇੰਪੋਰਟੈਂਟ ਨੇ। ਧਰਮ ਦਾ ਮਤਲਬ ਹੁੰਦਾ ਕਿ ਸਮਗਰ ਜੀਵਨ। ਇਹ ਛੋਟੀਆਂ ਛੋਟੀਆਂ ਗੱਲਾਂ ਨਾ, ਇਹਨਾਂ ਦਾ ਇੰਪੈਕਟ ਸਾਡੇ ਜੀਵਨ ਚ ਬਹੁਤ ਵੱਡਾ ਪੈਂਦਾ। ਬਿਲਕੁਲ। ਤੇ ਹਾਂ, ਕਿਉਂਕਿ ਆਪਾਂ ਸੋਸ਼ਲ ਐਨੀਮਲ ਹੈ, ਘਰ ਪਰਿਵਾਰ ਥੋੜੀ ਛੱਡ ਕੇ ਭੱਜ ਜਾਣਾ। ਪਰ ਅਕਸਰ ਜਿਹੜੇ ਬਜ਼ੁਰਗ ਹੁੰਦੇ ਨੇ, ਬਜ਼ੁਰਗ ਏਦਾਂ ਹੀ ਕਰਦੇ ਨੇ, ਛੋਟੇ ਬੱਚਿਆਂ ਨੂੰ ਖੇਡਣ ਨਹੀਂ ਦਿੰਦੇ, ਉਹਨਾਂ ਨੂੰ ਹੱਸਣ ਨਹੀਂ ਦਿੰਦੇ। ਉਹ ਕਹਿੰਦੇ ਕਿ ਤੁਸੀਂ, ਕਿਉਂਕਿ ਉਹ ਆਪਣਾ ਜੀਵਨ ਭੁੱਲ ਹੀ ਗਏ ਹੁੰਦੇ ਕਿ ਜਿਹੜਾ ਜੀਵਨ ਅਸੀਂ ਬਤੀਤ ਕੀਤਾ ਅਸੀਂ ਵੀ ਏਦਾਂ ਹੀ ਕੀਤਾ। ਹੁਣ ਛੋਟਾ ਬੱਚਾ ਹੈ 10-12 ਸਾਲ ਦਾ, ਉਹਨੂੰ ਟਾਈਮ ਲੱਗੂਗਾ ਤੁਹਾਡੇ ਜਿੰਨੀ ਸਿਆਣਪ ਪਾਉਣ ਦੇ ਲਈ। ਪਰ ਅਸੀਂ ਚਾਹੁੰਦੇ ਕਿ ਉਹ ਇੱਕਦਮ ਜਿੱਥੇ ਹੀ ਬਾਤ ਗਏ ਉੱਥੇ ਬਹਿ ਜੇ, ਹਿੱਲੇ ਨਾ ਬਾਤ। ਉਹ ਫਿਰ ਬੱਚਾ ਨਾ ਹੋਇਆ, ਫਿਰ ਮਸ਼ੀਨ ਹੀ ਹੋਈ। ਬੱਚੇ ਦਾ ਕੰਮ ਹੈ ਸੋਫੇ ਤੇ ਗੱਦੀਆਂ ਗੁੱਦੀਆਂ ਸੁੱਟਣੀਆਂ ਉਹਨੇ, ਖਲਾਰਾ ਪਾਉਣਾ ਪੂਰਾ, ਕਿਉਂਕਿ ਉਹ ਛਣ ਦੇ ਵਿੱਚ ਬੈਠਾ ਹੈ ਔਰ ਉਹਦੇ ਕੋਲ ਜੋ ਮੂਵਮੈਂਟ ਹੈਗੀ ਹੈ, ਔਰ ਉਹਦੇ ਵਿੱਚ ਉਹਨੇ ਜੀਵਨ ਬਤੀਤ ਕਰਨਾ।
ਔਰ ਮੈਂ ਚਾਹੁੰਦਾ ਕਿ ਅਸੀਂ ਵੀ ਆਪਣੇ ਅੰਦਰ ਜਿਹੜਾ ਛੋਟਾ ਜਿਹਾ ਬੱਚਾ ਹੈਗਾ ਉਹਨੂੰ ਬਾਹਰ ਲਿਆਈਏ। ਉਹਨੂੰ ਕਿਉਂ ਹੀ ਬੁੱਢਾ ਬਣਾਤਾ ਹੈ? ਔਰ ਸਾਡੇ ਅੰਦਰ ਜਿਹੜਾ ਜੀਵ ਹੈਗਾ ਨਾ, ਉਹਦੀ ਉਮਰ ਨਹੀਂ ਹੈਗੀ ਨਜ਼ਰ ਦਾ, ਬਿਲਕੁਲ ਨਾ ਹੀ ਉਹ ਸਾਡੇ ਸਰੀਰ ਦੇ ਨਾਲੋਂ ਬਜ਼ੁਰਗ ਨਹੀਂ ਹੁੰਦਾ। ਉਹ ਵੇਖੋ ਉਦਾਂ ਹੀ ਬੈਠਾ ਹੋ, ਪਰ ਅਸੀਂ ਇਹਨੂੰ ਮਜਬੂਰ ਕਰ ਦਿੰਦੇ ਹਾਂ, ਤੂੰ ਬੁੱਢਾ ਹੋ ਗਿਆ, ਤੂੰ ਬੁੱਢਾ ਹੋ ਗਿਆ। ਪਰ ਉਹ ਜਿਹੜਾ ਅੰਦਰ ਸਾਡੇ ਤੱਤ ਹੈ ਉਹ ਨਹੀਂ ਬੁੱਢਾ ਹੁੰਦਾ, ਨਾ ਉਹ ਬਹੁਤ ਪੁਰਾਣਾ ਹੈ ਔਰ ਉਸੇ ਤਰ੍ਹਾਂ ਹੀ ਰਹਿੰਦਾ ਹੈ, ਜਾਗਦਾ। ਠੀਕ ਹੈ ਨੀਚੇ ਸਾਹਿਬ, ਤੋ ਬੋਲ ਦੋ ਦੁਬਾਰਾ। ਹਾਂਜੀ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ, ਠੀਕ ਹੈ ਜੀ, ਹਾਂਜੀ, ਇਹ ਮਾਇਆ ਮੋਹਣੀ ਜਿਹਨੇ ਐਤ ਭਰਮ ਭੁਲਾਇਆ। ਕਹਿੰਦੇ ਇਹ ਮਾਇਆ ਮੋਹਣੀ ਹੈ ਭਾਈ, ਮਨ ਨੂੰ ਵੀ ਮਾਇਆ ਨੇ ਮੋਹਿਆ ਹੋਇਆ ਆ। ਇਸ ਕਰਕੇ ਮਨ ਜਿਹੜਾ ਹੈਗਾ ਭਰਮ ਦੇ ਵਿੱਚ ਭੁੱਲਿਆ ਫਿਰਦਾ ਹੈ। ਔਰ ਇਹ ਮਾਇਆ ਮੋਹਣੀ ਜਿਹੜੀ ਪਾਈ ਆ, ਮਾਲਕ ਨੇ ਪਾਈ ਆ। ਮਾਇਆ ਤਾਂ ਮੋਹਣੀ ਤਿਨੇ ਪਾਈ, ਤਿਨੇ ਕੀਤੀ ਜਿਨ ਠਗੋਲੀ ਪਾਈ ਆ, ਜਿਸਨੇ ਇਹ ਠੱਗ ਬੂਟੀ ਪਾਈ ਹੋਈ ਆ, ਜਿਹਨੇ ਆ ਖੇਡ ਪਾਈ ਹੋਈ ਆ ਮੋਹ ਵਾਲੀ, ਉਸਨੇ ਮਾਇਆ ਮੋਹਣੀ ਪੈਦਾ ਕੀਤੀ ਹੈ ਭਾਈ। ਔਰ ਮਨ ਜਿਹੜਾ ਹੈਗਾ ਇਹ ਮਾਇਆ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਹੈਗਾ, ਕਿਉਂਕਿ ਮਨ ਦੇ ਉੱਤੇ ਪੂਰਾ ਜਿਹੜਾ ਹੈਗਾ ਇਹ ਆਕਾਰ ਦਾ ਜਿਹੜਾ ਹੈਗਾ ਇਹ ਜਿਹੜੀ ਹੈਗੀ ਕੁਦਰਤ ਹੈਗੀ ਹੈ, ਜਿਹੜੀ ਪ੍ਰਕਿਰਤੀ ਹੈਗੀ ਹੈ, ਇਹਦਾ ਪੂਰਾ ਪ੍ਰਭਾਵ ਹੁੰਦਾ ਹੈ। ਕਿਉਂਕਿ ਮਨ ਸਰੀਰ ਦੇ ਨਾਲ ਜੁੜਿਆ ਹੋਇਆ ਹੈ ਔਰ ਸਰੀਰ ਦੇ ਦੁਆਰਾ ਜਿਹੜੀ ਹੈ ਪ੍ਰਕਿਰਤੀ ਦੇ ਨਾਲ ਜਿਹੜਾ ਹੈਗਾ ਫਸਿਆ ਪਿਆ ਹੈ। ਇਸ ਕਰਕੇ ਇਹਨੇ ਜਿਹੜਾ ਹੈਗਾ ਚਤੁਰਾਈ ਕਰਨੀ ਹੈ ਮਨ ਨੇ। ਹਾਂਜੀ ਵੀਰ, ਬਿਲਕੁਲ ਠੀਕ ਹੈ। ਪਹਿਲਾਂ ਬਾਣੀ ਚ ਕਹਿ ਰਹੇ ਨੇ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਕਹਿੰਦੇ ਮਨ ਨੂੰ ਕਹਿੰਦੇ ਆ ਮੇਰੇ ਚੰਚਲ ਮਨਾ। ਚਤੁਰਾਈ ਦਾ ਮਸਲਾ ਨਹੀਂ ਹੈਗਾ ਇਹ, ਨਾ ਹੀ ਚਤੁਰਾਈ ਦੀ ਖੇਡ ਹੈਗੀ ਹੈ। ਇਹ ਨਹੀਂ ਹੈ ਕੋਈ ਵਪਾਰੀ ਵਾਲੀ ਗੇਮ ਹੈ, ਤੂੰ ਉੱਥੇ ਚਤੁਰਾਈ ਚਲਾਕੀਆਂ ਕਰੇ, ਉੱਥੇ ਚਲਾਕੀਆਂ ਕਰੇ ਤੇ ਤੈਨੂੰ ਭੌਤਿਕ ਪਦਾਰਥਾਂ ਦੀ ਪ੍ਰਾਪਤੀ ਹੋ ਸਕਦੀ ਹੈ, ਪਰ ਅਧਿਆਤਮਿਕ ਚਤੁਰਾਈ ਤੇਰੀ ਕੰਮ ਨਹੀਂ ਹੋਣੀ। ਜੇ ਤੇ ਤੇਰਾ ਆਪਣਾ ਗਿਆਨ ਹੈਗਾ ਤੇ ਗੱਲ ਕਰ, ਤੇ ਜੇ ਕਿਤਾਬੀ ਗਿਆਨ ਪੜ੍ਹ ਕੇ ਆਪਣੇ ਆਪ ਨੂੰ ਜਾਣਾ ਸਮਝੀ ਫਿਰਦਾ, ਬ੍ਰਹਮ ਗਿਆਨੀ ਸਮਝੀ ਫਿਰਦਾ, ਤੇ ਤੈਨੂੰ ਮੁਸ਼ਕਲ ਆ ਜਾਣੀ, ਕਿਉਂਕਿ ਇਹ ਚਤੁਰਾਈ ਦਾ ਵਿਸ਼ਾ ਨਹੀਂ ਹੈਗਾ। ਠੀਕ ਹੈ ਨਾ? ਹਾਂਜੀ, ਇਹ ਮਾਇਆ ਮੋਹਣੀ ਜੀ ਤੋਂ ਬੋਲਦੇ ਚਤੁਰਾਈ। ਇਹ ਮਾਇਆ ਮੋਹਣੀ ਚਤੁਰਾਈ ਨਾ ਪਾਇਆ ਕਿਨੇ, ਅੱਜ ਤੱਕ ਤਾਂ ਕਿਸੇ ਨੇ ਪਾਇਆ ਨਹੀਂ। ਤੂੰ ਸੁਣ ਮਨ ਮੇਰਿਆ, ਧਿਆਨ ਨਾਲ ਸੁਣ ਲਾ ਮੇਰੇ ਮਨਾ। ਇਹ ਮਾਇਆ ਮੋਹਣੀ ਜਿਹਨੇ ਐਤ ਭਰਮ ਭੁਲਾਇਆ। ਮਾਇਆ ਮੋਹਣੀ ਕਹਿੰਦੇ ਮਾਲਕ ਨੇ ਬਣਾਈ ਹੋਈ ਹੈ, ਜਿਸਨੇ ਇਹ ਭਰਮ ਦੇ ਵਿੱਚ ਪਾਇਆ ਹੋਇਆ ਦੁਨੀਆ ਨੂੰ। ਦੂਜੀ ਤੁਕ ਦੇ ਵਿੱਚ ਫਿਰ ਗੁਰੂ ਜੀ ਸਾਨੂੰ ਸਮਝਾਉਣ ਕਰ ਰਹੇ ਨੇ, ਮਨ ਨੂੰ ਕਹਿ ਰਹੇ ਨੇ, ਅਸੀਂ ਮੈਂ ਆਪਣੇ ਮਨ ਨੂੰ ਕਹਿਣਾ ਚਤੁਰਾਈ ਨਾ ਪਾਇਆ ਕਿੰਨੇ। ਕਹਿੰਦੇ ਕਿ ਇਹ ਚਤੁਰਾਈ ਦੇ ਨਾਲ ਅਜੇ ਤੱਕ ਕੋਈ ਵੀ ਬੰਦਾ ਜਿਹੜਾ ਆਤਮ ਗਿਆਨ ਨਹੀਂ ਪ੍ਰਾਪਤ ਕਰ ਸਕਿਆ। ਤੂੰ ਸੁਣ ਮਨ ਮੇਰਿਆ, ਤੂੰ ਮੇਰੇ ਮਨ ਮੇਰੀ ਗੱਲ ਸੁਣ। ਚਲਾਕੀ ਦੇ ਨਾਲ, ਚਤੁਰਾਈ ਕਰਨ ਦੇ ਨਾਲ ਅਜੇ ਤੱਕ ਕਿਸੇ ਨੇ ਆਤਮ ਗਿਆਨ ਵਾਲੀ ਅਵਸਥਾ ਨੂੰ ਨਹੀਂ ਪ੍ਰਾਪਤ ਕੀਤਾ। ਇਹ ਗੱਲ ਨੂੰ ਸੁਣ। ਠੀਕ ਹੈ ਨਾ? ਇਹ ਮਾਇਆ ਮੋਹਣੀ ਜਿਹਨੇ ਇਹ ਭਰਮ ਭੁਲਾਇਆ। ਔਰ ਦੂਜੀ ਗੱਲ ਤੇ ਇਹ ਵੀ ਕਿਹਾ ਕਿ ਇਹ ਮਾਇਆ ਮੋਹਣੀ ਆ ਔਰ ਇਹਦੇ ਵਿੱਚ ਏਦਾਂ ਦਾ ਭਰਮ ਆ, ਏਦਾਂ ਲੱਗਦਾ ਕਿ ਬੰਦਾ ਸ਼ਾਇਦ ਚਤੁਰਾਈ ਕੀਤਿਆਂ ਹੀ ਰੱਬ ਕੋਲ ਪਹੁੰਚ ਜਾਊਗਾ, ਪਰ ਇਹ ਭਰਮ ਆ। ਇਹ ਮਾਇਆ ਜਿਹੜੀ ਆ, ਮਾਇਆ ਦਾ ਪ੍ਰਪੰਚ ਏਦਾਂ ਦਾ ਵਾ, ਬੰਦੇ ਆਮ ਭੌਤਿਕ ਪਦਾਰਥਾਂ ਨੂੰ ਆਪਾਂ ਚਲਾਕੀ ਨਾਲ ਪ੍ਰਾਪਤ ਕਰ ਸਕਦੇ ਹਾਂ, ਪਰ ਅਧਿਆਤਮਿਕ ਜਿਹੜਾ ਸਫ਼ਰ ਆ ਉੱਥੇ ਚਲਾਕੀ ਦਾ ਮਤਲਬ ਨਹੀਂ ਹੈਗੀ। ਉਹ ਯਾਤਰਾ ਉੱਥੇ ਆਪਾਂ ਨੂੰ ਸੰਜਮੀ ਹੋਣਾ ਪਊਗਾ, ਪਰ ਮਨ ਨੂੰ ਜਿਹੜਾ ਹੈ ਨਾ ਉਹ ਗੁਰੂਆਂ ਦੇ ਚਰਨਾਂ 'ਚ ਅਰਪਣ ਕਰਨਾ ਪਊਗਾ। ਉਹ ਗੁਰੂ ਜੋ ਆਪਾਂ ਨੂੰ ਬਾਣੀ ਕਹਿ ਰਹੀ ਆ, ਆਪਾਂ ਉਸ ਤਰੀਕੇ ਨਾਲ ਜੀਵਨ ਨੂੰ ਬਤੀਤ ਕਰਨਾ ਪਊਗਾ ਜਾਂ ਧਿਆਨ ਸਿਮਰਨ ਕਰਨਾ ਪਊਗਾ। ਹਾਂਜੀ ਨਿਜਰ ਸਾਹਿਬ। ਇਹ ਮਾਇਆ ਮੋਹਣੀ ਤਿਨੇ ਕੀਤੀ ਜਿਹਨੇ ਠਗੋਲੀ ਪਾਈ ਆ। ਕਹਿੰਦੇ ਜਿਸਨੇ ਇਹ ਠੱਗ ਬੂਟੀ ਪਾਈ ਹੋਈ ਆ ਉਸੇ ਨੇ ਮਾਇਆ ਬਣਾਈ ਹੋਈ ਆ। ਇਹ ਮਾਇਆ ਜਿਹੜੀ ਹੈਗੀ ਐਵੇਂ ਹੀ ਨਹੀਂ ਹੈ, ਮਾਇਆ ਬਣਾਉਣ ਵਾਲਾ ਮਾਲਕ ਪਰਮਾਤਮਾ ਹੈ। ਉਹਨੇ ਖੇਡ ਜਿਹੜੀ ਹੈਗੀ ਔਖੀ ਕੀਤੀ ਹੋਈ ਆ। ਜਦ ਤੱਕ ਆਪਾਂ ਜਿਹੜੇ ਹੈਗੇ ਗਿਆਨ ਦੇ ਅਨੁਸਾਰ ਖੇਡ ਨਹੀਂ ਖੇਲਾਂਗੇ ਤਦ ਤੱਕ ਜਿਹੜੀ ਹੈਗੀ ਇਹਦੇ ਵਿੱਚ ਫਸੇ ਰਵਾਂਗੇ। ਆ ਸੁਰਜੀਤ ਜੀ ਤੁਹਾਡਾ ਮਾਈਕ ਖੋਲਤਾ ਜੀ ਤੁਸੀਂ, ਤੇ ਪਤਾ ਨਹੀਂ ਕਿਉਂ ਬੰਦ ਕਰ ਦੋ। ਖੋਲ ਕਿਵੇਂ ਦਿੰਦੇ ਆ ਮੈਨੂੰ ਨਹੀਂ ਸਮਝ ਆਉਂਦੀ। ਅਚਨਚੇਤ ਹੀ ਖੋਲ ਦਿੰਦੇ ਆ।
हाँ जी। कहते ठगौली है माया और ये प्रकृति का एक हिस्सा वा, क्योंकि माया तो बिना प्रकृति चल नहीं सकती। ठगौली का मतलब है कि जे ये ठग समझो, ठग ਜਿਹੜੇ ਠੱਗੀ ਮਾਰਦੇ। ਹਾਂ ਮਿੱਠਾ ਜਿਹੜਾ ਗਲ 'ਚ ਹੱਥ ਪਾ ਕੇ ਠੱਗੀ ਲੈ ਜਾਂਦੇ ਆ। ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੁਹਾਡਾ ਕੰਮ ਕਰਕੇ ਗਾਂ ਜਾਣਾ ਅਗਲੇ। ਹਾਂ ਕਹਿੰਦੇ ਮਾਇਆ ਠਗੌਲੀ ਹੈ, ਇਸ ਸੰਸਾਰ ਤੇ ਪਤਾ ਨਹੀਂ ਕਿਹੜੇ ਕਿਹੜੇ ਰੂਪਾਂ 'ਚ ਪ੍ਰਗਟ ਹੈ। ਸੰਤ ਵੀ ਬਣ ਸਕਦੀ ਹੈ, ਝੂਠਾ ਨਕਲੀ ਸੰਤ। ਬਿਲਕੁਲ। ਇਹ ਧਾਰਮਿਕ ਮੰਦਿਰਾਂ 'ਚ ਵੀ ਆ ਸਕਦੀ ਹੈ। ਠਗੌਲੀ ਹੈ, ਕਿੱਥੇ ਮਰਜ਼ੀ ਨਾਲ ਭੇਸ ਬਦਲ ਲੈਣਾ ਔਰ ਕਿਸੇ ਰੂਪ 'ਚ ਪ੍ਰਗਟ ਹੋ ਸਕਦੀ। ਠਗੌਲੀ ਠੱਗੀ ਮਾਰ ਲਈ ਤੋ ਬਾਣੀ ਕਹਿੰਦੀ ਕਿ ਤੂੰ ਥੋੜਾ ਚੁਸਤ ਹੋ ਜਾ, ਚਲਾਕ ਹੋ ਜਾ। ਕਿਉਂਕਿ ਹੁਣ ਪੁਲਿਸ ਜਦੋਂ ਕੇਸ ਨੂੰ ਸੋਲਵ ਕਰਦੀ ਆ ਤਾਂ ਸਭ ਤੋਂ ਪਹਿਲਾਂ ਤਰਕ ਤੋਂ ਕੰਮ ਲੈਂਦੀ ਨਹੀਂ ਚਾਹੀਦਾ। ਬਿਲਕੁਲ ਸਹੀ ਹੈ, ਬਿਲਕੁਲ। ਜੇ ਉਹ ਇਨਵੈਸਟੀਗੇਸ਼ਨ ਹੀ ਨਾ ਕਰਨਗੇ ਸੱਚ ਲੱਭਣਾ ਹੀ ਨਹੀਂ। ਇਹੋ ਹਿਸਾਬ ਇਹ ਆ ਕਿ ਕਹਿੰਦੇ ਕਿ ਇਹ ਮਾਇਆ ਜਿਹੜੀ ਆ ਠਗੌਲੀ ਆ, ਇਹ ਕਿਸੇ ਰੂਪ 'ਚ ਵੀ ਆ ਕੇ ਤੈਨੂੰ ਬੇਵਕੂਫ ਬਣਾ ਸਕਦੀ, ਤੈਨੂੰ ਭਰਮ 'ਚ ਪਾ ਸਕਦੀ ਤੇ ਤੂੰ ਥੋੜਾ ਚਲਾਕ ਹੋ ਜਾ। ਹਾਂਜੀ ਨਿੱਜਰ ਸਾਹਿਬ, ਇਹ ਠਗੌਲੀ ਜਿਹੜੀ ਹੈਗੀ ਇੱਕ ਇਹਨੂੰ ਬਣਾਉਣ ਵਾਲਾ ਮਾਲਕ ਪਰਮਾਤਮਾ ਹੀ ਆ। ਮਾਇਆ ਤਾਂ ਮੋਣੀ ਤਿਨੇ ਕੀਤੀ ਜਿਨ ਠਗੌਲੀ ਪਾਈ ਆ। ਫਿਰ ਕਹਿੰਦੇ ਕੁਰਬਾਨ ਕੀਤਾ ਤਿਸੈ ਵਿਟੋਂ ਜਿਹਨੇ ਮੋਹ ਮਿੱਠਾ ਲਾਇਆ। ਕਹਿੰਦੇ ਇੰਨਾ ਮਿੱਠਾ ਮੋਹ ਆ ਮਾਇਆ ਦਾ। ਮਾਲਕ ਪਰਮਾਤਮਾ ਤੋਂ ਕੁਰਬਾਨ ਆ ਭਾਈ, ਜਿਹਨੇ ਦੇਖ ਲਓ परिवार बनाता, घर वाली बनाती, बच्चे बनाती, धन दौलत बनाती, और दुनिया के स्वाद बना दिते सारे। कहते इन्ना मोह लगाता बंदा जिहड़ा हैगा। कहते कि मरण जिहड़ा कबूल कर लेंदा इंसान जिहड़ा हैगा, चमड़ी जाए तो जाए, दमड़ी ना जाए, इन्ना हो जाता है। आ जिहड़े बिहार साइड 'च देख लो 5-10 रुपये के पिछे जिहड़े हैगे बंदे जिहड़े कतल कर दिंदे 5-10 रुपये के पिछे सिर्फ। हाँ जी बेटी। हाँ ठीक है जी। ते कुर्बान कीता तिथे विटो जिन मोह मिठा लाया। मतलब कि फिर दोबारा समझाने जैसा ये माया मोह नहीं जिहड़ी है, मालक ने मोह इन्ना मिठा मोह लाता है भी इहनूं छड्डण नूं जी नहीं करदा। दुनिया के पदार्थ रस कस परिवार छड्डण नूं जी नहीं करदा इंसान दा, इस तो उपर उठण नूं जी नहीं करदा। पर भगती वाल नूं तां लगदा ही नहीं है। इन्ना मिठा मोह लाया होया उस मालक परमात्मा। इन्ना तुसीं जस्ट देखो, जदों आपां फिल्म वेखदे आ, चंगा भला सानूं पता है कि वो सारे नकली आर्टिस्ट ने, ना उन्हां दा कोई लैना ना देना। वो बंदा नकली सट्ट लगी है, वो हीरो हीरोइन नकली ने, पर उत्ते अक्सर लोग रोण डै पैंदे ने। पता वा सामने फिल्म है, एक नकली फिल्म देख के ਆਪਾਂ ਇੰਨੇ ਇਮੋਸ਼ਨਲ ਹੋ ਜਾਂਦੇ ਆ ਤੇ ਜਿਹੜਾ ਅਸਲੀ ਜੀਵਨ ਹੈ ਜਿੱਥੇ ਮਾਇਆ ਹੈਗੀ ਆ ਉੱਥੇ ਸਾਡੇ ਤੇ ਕਿੰਨਾ ਪ੍ਰਭਾਵ ਹੋਇਆ ਨਿੱਜਰ ਸਾਹਿਬ ਉਹਦਾ। ਬਿਲਕੁਲ ਕਿੰਨਾ ਤਗੜਾ। ਉੱਥੇ ਤੇ ਨਕਲੀ ਹੀਰੋ ਨਾ, ਇੱਥੇ ਨਕਲੀ ਅਸਲੀ ਆ ਸਾਰਾ ਕੁਝ। ਅਸਲੀ ਹੈਗਾ ਨਿੱਜਰ ਸਾਹਿਬ। ਬਿਲਕੁਲ ਹੈ ਮਾਇਆ। ਪਰ ਜਿਹੜੇ ਕਿਰਦਾਰ ਨੇ ਇੰਨੇ ਰੀਅਲ ਨੇ। 2-3 ਬੱਚੇ ਨੇ, ਇੱਕ ਬੱਚਾ ਪੀਰ ਚੋਂ ਪੈਦਾ ਹੋਇਆ, ਅਸਲੀ ਬੱਚਾ ਹੈ ਮਾਇਆ। ਆਪ ਜਸਟ ਕਿ ਕਿੰਨੀ ਪਾਵਰਫੁਲ ਮਾਇਆ। ਪਰ ਇਹ ਮਾਇਆ ਦਾ ਪਤਾ ਕਦੋਂ ਭਰਮ ਉਤਰਦਾ? ਜਦੋਂ ਤੁਹਾਡਾ ਕੰਮ ਹੋ ਜਾਂਦਾ। ਜਦੋਂ ਤੁਹਾਡੇ ਸਰੀਰ ਨੇ ਉਹ ਜਿੱਦਾਂ ਮੈਂ ਚੰਗਾ ਫਰੂਟ ਆਪ ਖਾ ਲਾਂ ਤੇ ਕਰਿਆ ਸਾਡਾ ਗੁਰਦੁਆਰੇ ਚਾੜਾਵਾਂ, ਉਹ ਹਿਸਾਬ ਤੁਹਾਡਾ ਭੂਤ ਉਦੋਂ ਉਤਰਨਾ ਵਾ ਜਦੋਂ ਤੁਹਾਡੇ ਮੂੰਹ 'ਚ ਦੰਦ ਕੋਈ ਨਹੀਂ ਰਹਿ ਜਾਣਾ, ਲੱਤਾਂ ਤੁਹਾਡੀਆਂ 'ਚ ਤੁਸੀਂ ਤੁਰਿਆ ਨਹੀਂ ਜਾਣਾ ਤੇ ਤੁਰਨਾ ਤੁਸੀਂ ਕਿਸੇ ਬੰਨੇ ਤੇ ਜਾਣਾ ਤੁਸੀਂ ਕਿਸੇ ਬੰਨੇ। ਉਦੋਂ ਤੁਹਾਡੇ ਹੋਸ਼ ਆਉਣੀ, ਪਰ ਉਦੋਂ ਤੇ ਟੂ ਲੇਟ। ਸਾਹਿਬ ਮਤਲਬ ਇਹ ਨਹੀਂ ਕਿ ਬੰਦੇ ਨੂੰ ਹੋਸ਼ ਨਹੀਂ ਆਉਂਦੀ, ਪਰ ਫਿਰ ਵੀ ਜੇ ਉਸ ਲੈਵਲ ਤੇ ਵੀ ਆ ਜਾਏ ਮੈਂ ਕਹਿੰਦਾ ਚੰਗਾ, ਬੰਦੇ ਦਾ ਭਰਮ ਉਤਰਦਾ ਹੀ ਨਹੀਂ। ਉਦੋਂ ਵੀ ਨਹੀਂ ਉਤਰਦਾ ਗੁਰਕੀ ਸਾਹਿਬ, ਉਹ ਵੀ ਉਦੋਂ ਵੀ ਨਹੀਂ ਉਤਰਦਾ। ਉਹ ਨਹੀਂ ਇੱਕ ਬਾਣੀਆ ਸੀਗਾ ਜਿਹੜਾ ਹੈਗਾ ਪਿੰਡ ਦੇ ਵਿੱਚ, ਹੱਟੀ ਸੀਗੀ ਉਹਦੀ ਤੇ ਮਰਨ ਲੱਗਿਆ ਤੇ ਕਹਿੰਦੇ ਆ ਉਹਦੇ 3 ਪੁੱਤ ਸੀਗੇ ਤੇ ਘਰ ਵਾਲੀ ਸੀਗੇ। ਮਰਨ ਲੱਗਿਆ ਬਿਲਕੁਲ ਜਿਹੜਾ ਘੋੜ ਰੂੜ ਵੱਜ ਰਿਹਾ, ਫਿਰ ਪੁੱਛੀ ਜਾਂਦਾ ਕਹਿੰਦਾ ਸੰਤਾ ਕਿੱਥੇ? ਕਹਿੰਦਾ ਬਾਪੂ ਆ ਤੇਰੇ ਸਾਈਡ ਤੇ ਖੜਾ ਹੈ ਸੱਜੇ ਪਾਸੇ। ਬੰਤਾ ਕਿੱਥੇ? ਕਹਿੰਦੇ ਬਾਪੂ ਮੈਂ ਇੱਥੇ।
ਕੰਤਾ ਕਿਤੇ? ਕਹਿੰਦੇ ਉਹ ਤੇਰੇ ਪੈਰਾਂ ਵੱਲ ਖੜਾ ਹੈ। ਕਹਿੰਦੇ ਸਹੁਰੇ ਸਾਰੇ ਹੀ ਇੱਥੇ ਖੜੇ ਹੋ ਤੇ ਹੱਟੀ ਤੇ ਕੌਣ ਆ? ਸਹੀ ਗੱਲ ਹੈ, ਸਹੀ ਗੱਲ ਹੈ। ਮੇਰਾ ਸਹੁਰਾ ਨਾ, ਉਹ ਮੇਰਾ ਸਹੁਰਾ ਕਹਿੰਦਾ ਕਿ ਪੁੱਤ ਚਰਨਜੀਤ ਤੇ ਮੇਰੇ ਮੁੰਡਿਆਂ ਨੂੰ ਸਮਝਾਈ। ਮੈਂ ਕਿਹਾ ਕਿਉਂ? ਕਹਿੰਦਾ ਮੇਰੇ ਜਦੋਂ ਮੈਂ ਮਰ ਗਿਆ ਨਾ ਤੇ ਮੇਰੇ ਖੰਡ ਪਾਠ ਤੇ ਜ਼ਿਆਦਾ ਖਰਚਾ ਨਾ ਕਰੀ। ਮੈਂ ਬਾਪੂ ਤੈਨੂੰ ਕਈ ਟੈਨਸ਼ਨ ਹੈ, ਤੂੰ ਆਪਣਾ ਬੋਰੀਆ ਬੈਗ ਪੈਕ ਕਰ ਤੇ ਮੈਂ ਮੁੜ ਕੇ ਸੰਸਾਰ ਏਦਾਂ ਹੀ ਆ ਨਾ। ਤੇ ਉਹ ਵੇਖ ਲਓ ਬੰਦਾ ਏਦਾਂ ਚਿੰਤਾ, ਮੈਂ ਹੈਰਾਨ ਹੋ ਗਿਆ। ਵੇਖ ਲਓ ਬਜ਼ੁਰਗ ਹੋ ਕੇ ਵੀ ਆਪਣੇ ਪੁੱਤਾਂ ਦਾ ਸੋਚਣ ਡਿਆ, ਉਹਦਾ ਮੂੰਹ ਵੇਖ, ਮੇਰੇ ਤੇ ਖਰਚਾ ਨਾ ਕਰੇ, ਘੱਟ ਖਰਚਾ ਕਰੋ ਮੇਰੇ ਖੰਡ ਪਾਠ। ਦੇਖੋ ਏਦਾਂ ਦਾ ਬੰਦਾ ਜਸਟ ਸੋਚੋ ਕਿੱਦਾਂ ਦਾ ਜੀਵਨ ਹੋਊ। ਔਰ ਅਕਸਰ ਇਹ ਮੇਰੇ ਵੀ ਨਹੀਂ ਪਰ ਦੀ ਗੱਲ, ਬਹੁਤ ਸਾਰੇ ਲੋਕਾਂ ਦੀ ਇਹ ਗੱਲ ਹੈ। ਬੰਦਾ ਏਦਾਂ ਹੀ ਸੋਚਦਾ, ਬੰਦਾ ਆਪਣੇ ਬਾਰੇ ਸੋਚਦਾ ਹੀ ਨਹੀਂ ਮੈਂ ਇੱਥੇ ਕੀ ਕਰਨਾ ਹੈ, ਔਰ ਇਹ ਮੈਂ ਮੇਰੇ ਜੀਵਨ ਦੀ ਪ੍ਰਾਪਤੀ ਕੀ ਹੈ, ਮੇਰੇ ਜੀਵਨ ਦੀ ਡਾਇਰੈਕਸ਼ਨ ਕੀ ਹੈ, ਮੈਂ ਜਾਣਾ ਕਿੱਥੇ ਹੈ। ਔਰ ਬਾਣੀ ਕੀ ਕਹਿ ਰਹੀ ਹੈ ਸਾਨੂੰ, ਗ੍ਰੰਥ ਕੀ ਕਹਿ ਰਹੇ ਨੇ? ਗ੍ਰੰਥ ਤੇ ਰੌਲਾ ਪਾਉਂਦੇ ਨੇ ਕਿ ਅਵਰ ਕਾਜ ਤੇਰੇ ਕਿਤੇ ਨਾ ਇਹ ਵੀ ਕਰ ਪਾਉਂਗੇ, ਹਾਂ ਕਿਤੇ ਨਾ ਕੰਮ। ਬਾਣੀ ਤੇ ਕਹਿੰਦੀ ਕਿ ਤੇਰੇ ਦੂਜੇ ਕੰਮ ਕੀ? ਹਾਂਜੀ ਬੋਲ ਦੋ ਤੋਗੇ ਕਰੀ। ਅਵਰ ਕਾਜ ਤੇਰੇ ਕਿਤੇ ਨਾ ਕੰਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹਾਂ, ਔਰ ਉਹ ਨਾਮ ਜਿਹੜਾ ਵਾ ਬਾਣੀ ਤੇ ਕਹਿੰਦੀ ਹੈ ਕਿ 24 ਘੰਟੇ ਚ ਕਮ ਸੇ ਕਮ 1 ਘੰਟਾ ਤੇ ਦੇ। ਕੋਈ ਫਰਕ ਨਹੀਂ ਪੈ ਚੱਲਿਆ ਜੇ ਤੂੰ 2-4 ਘੰਟੇ ਘੱਟ ਕੰਮ ਕਰ ਦੇਂਗਾ, ਪਰ ਇਹ ਜਿਹੜਾ ਤੇਰਾ 1 ਘੰਟਾ ਇਨਵੈਸਟਮੈਂਟ ਹੈ ਤੇਰੇ ਜੀਵਨ ਚ ਬਹੁਤ ਵੱਡੀ ਬਹਾਰ ਲੈ ਕੇ। ਹਾਂਜੀ ਨੇ ਸਰ। ਹੁਣ ਅੱਗੇ ਜਿਹੜੇ ਹੈਗੇ ਮਹਾਰਾਜ ਫਿਰ ਮਨ ਨੂੰ ਹੀ ਐਡਰੈਸ ਕਰ ਰਹੇ ਆ ਭਾਈ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਕਹਿੰਦੇ ਸੱਚ ਨੂੰ ਸੰਭਾਲ ਭਾਈ, ਸੱਚ ਨੂੰ ਸੰਭਾਲ। ਸੱਚ ਸੰਭਾਲਣਾ ਕੀ ਹੈ? ਸੰਭਾਲਣਾ ਵਰਡ ਬਾਰ-ਬਾਰ ਆਉਂਦਾ। ਸੰਭਾਲਣਾ ਹੈਗਾ ਭਾਈ ਧਿਆਨ ਲਾਉਣਾ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ। ਕਹਿੰਦੇ ਜਿਹੜਾ ਕੁਟੰਬ ਤੈਨੂੰ ਏਡਾ ਵੱਡਾ ਟੱਬਰ ਦਿਸ ਰਿਹਾ ਆ, ਇਹਨੇ ਤੇਰੇ ਨਾਲ ਨਹੀਂ ਜਾਣਾ, ਸਾਥ ਤੇਰੇ ਚੱਲੇ ਨਹੀਂ। ਔਰ ਕੁਟੰਬ ਜਿਹੜਾ ਆਪਣਾ ਜਿਹੜਾ ਹੈਗਾ, ਇਹ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਜੋ ਆਪਣਾ ਸਰੀਰ, ਇਹ ਸਾਰਾ ਇਹ ਵੀ ਆਪਣਾ ਕੁਟੰਬ ਹੀ ਹੈ ਭਾਈ। ਇਹ ਪਰਿਵਾਰ, ਇਹਨੇ ਵੀ ਨਹੀਂ ਨਾਲ ਜਾਣਾ। ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ, ਸਾਥ ਤੇਰਾ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈਏ। ਕਹਿੰਦੇ ਜਿਹੜੀ ਚੀਜ਼ ਦੇ ਨਾਲ ਨਹੀਂ ਜਾਣਾ ਤੇ ਉਹਦੇ ਨਾਲ ਜਿਹੜਾ ਹੈਗਾ ਦੋਸਤੀ ਲਾਉਣ ਦਾ ਫਾਇਦਾ ਕੀ ਹੈ? ਮੈਨੂੰ ਦੱਸ ਨਾ। ਉਹਦੇ ਨਾਲ ਚਿੱਤ ਲਗਾਉਣਾ, ਉਹਦੇ ਤੇ ਟਾਈਮ ਵੇਸਟ ਕਰਨ ਦਾ ਤੇਰਾ ਫਾਇਦਾ ਕੀ ਆ? ਕਿਉਂ ਆਪਣੇ ਜਿਹੜੇ ਹੈਗੇ ਅਮੁੱਲ ਸਵਾਸ ਜਿਹੜੇ ਹੈਗੇ ਆ, ਉਹਨਾਂ ਨੂੰ ਜਿਹੜਾ ਹੈਗਾ ਇਹ ਜਿਹੜੀ ਚੀਜ਼ ਨਾਲ ਨਹੀਂ ਜਾਣ ਵਾਲੀ, ਉਹਨੂੰ ਗ੍ਰਹਿਣ ਕਰੀ ਜਾ ਰਹੇ ਆ, ਉਹਨੂੰ ਇਕੱਠਾ ਕਰੀ ਜਾ ਰਹੇ ਆ, ਜਿਹਨੂੰ ਲੈ ਕੇ ਹੀ ਨਹੀਂ ਜਾਣਾ ਤੂੰ। ਹੁਣ ਕਿਸੇ ਨੇ ਟੂਰ ਤੇ ਜਾਣਾ ਹੋਏ, ਕਿਤੇ ਜਾਣਾ ਹੋਏ, ਜਿਹੜੀ ਚੀਜ਼ ਨਾਲ ਨਹੀਂ ਜਾਣ ਵਾਲੀ ਉਹਨੂੰ ਇਕੱਠਾ ਕਰੀ ਜਾਏ, ਉਹਦਾ ਕੀ ਫਾਇਦਾ ਹੋਏਗਾ? ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਏ। ਕਹਿੰਦੇ ਇਹੋ ਜਿਹਾ ਕੰਮ ਬਿਲਕੁਲ ਨਾ ਕਰ ਪਿਆਰਿਆ, ਬਾਅਦ ਵਿੱਚ ਤੈਨੂੰ ਪਛਤਾਉਣਾ ਪਊਗਾ। ਫਾਇਦਾ ਕੀ ਹੋਊਗਾ ਮੈਨੂੰ ਦੱਸ ਦੇ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਕਹਿੰਦੇ ਗੁਰੂ ਦਾ ਉਪਦੇਸ਼ ਸੁਣ। ਬ੍ਰਹਮ ਗਿਆਨ ਕੀ ਕਹਿ ਰਿਹਾ ਸੁਣ। ਬ੍ਰਹਮ ਗਿਆਨ ਕਹਿ ਰਿਹਾ ਵੀ ਧਿਆਨ ਸਿਮਰਨ ਕਰ ਲਾ, ਪਰਮੇਸ਼ਰ ਦਾ ਨਾਮ ਜਿਹੜਾ ਹੈ, ਨਾਮ ਧਨ ਇਕੱਠਾ ਕਰ ਲਾ, ਤੇਰੇ ਨਾਲ ਜਾਊਗਾ ਉਹ। ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਮਹਾਰਾਜ ਤੀਸਰੀ ਪਾਤਸ਼ਾਹੀ ਕਹਿ ਰਹੀ ਆ ਮਨ ਨੂੰ, ਆਪਣੇ ਨੂੰ। ਕਹਿੰਦੇ ਇਹ ਪਿਆਰੇ ਮੇਰੇ ਮਨਾ, ਸੋਹਣੇ ਮਨਾ, ਪਰਮਾਤਮਾ ਦਾ ਨਾਮ ਜਿਹੜਾ ਹੈਗਾ ਸੱਚ ਹੈਗਾ, ਜਿਹੜਾ ਉਹਨੂੰ ਸੰਭਾਲ ਲਾ। ਤੂੰ ਸੱਚ ਹੈਗਾ ਆ। ਇਹ ਮਾਇਆ ਜਿਹੜੀ ਹੈ, ਝੂਠੀ ਜਿਹੜੀ ਪ੍ਰਕਿਰਤੀ ਜਿਹੜੀ ਹੈ, ਜਿਹਨੂੰ ਇਹਨੇ ਚਿਮੇੜਿਆ ਤੈਨੂੰ ਆਪਣੇ ਨਾਲ ਜਿਹੜਾ ਹੈਗਾ, ਇਹਨੇ ਕੈਦ ਕੀਤਾ ਹੋਇਆ, ਇਹਦੀ ਕੈਦ ਚੋਂ ਨਿਕਲ ਜਾ। ਤੂੰ ਜਿਹੜਾ ਹੈਗਾ ਆਤਮਾ ਹੈਗਾ ਆ, ਤੂੰ ਬ੍ਰਹਮ ਹੈਗਾ ਆ, ਤੂੰ ਜੋਤ ਹੈਗਾ ਆ, ਤੂੰ ਸਰੀਰ ਨਹੀਂ ਹੈਗਾ। ਹਾਂਜੀ ਵੀਰ ਜੀ। ਹਾਂ ਬਿਲਕੁਲ ਠੀਕ ਹੈ ਜੀ। ਬਾਣੀ ਸਾਨੂੰ ਇਹ ਕਹਿ ਰਹੀ ਹੈ ਤੂੰ ਸੰਸਾਰ ਤੋਂ ਜਾਣ ਤੋਂ ਪਹਿਲਾਂ ਇੱਕ ਸਵਾਲ ਦਾ ਹੱਲ ਕਰਨਾ ਹੈ ਤੇਰੇ ਜੀਵਨ ਦਾ, ਮੈਂ ਕੌਣ ਹਾਂ। ਇਹ ਤੇਰਾ ਜਨਮ ਜਿਹੜਾ ਹੋਇਆ ਉਸ ਸਵਾਲ ਦਾ ਹੱਲ ਕਰਨ ਵਾਸਤੇ ਹੋਇਆ। ਜੇ ਨਹੀਂ ਕੀਤਾ ਤਾਂ ਉਹ ਹੱਲ ਕਰਨਾ ਪੈਣਾ ਤੈਨੂੰ। ਤੂੰ ਗਿਆਨ ਇੰਦਰੀਆਂ ਨਹੀਂ ਹੈ, ਤੂੰ ਕਰਮ ਇੰਦਰੀਆਂ ਨਹੀਂ, ਤੂੰ ਇਹ ਸਰੀਰ ਨਹੀਂ ਹੈ, 5 ਤੱਤਾਂ ਦਾ ਬਣਿਆ ਹੋਇਆ। ਤੂੰ ਮਨ ਵੀ ਨਹੀਂ ਹੈ, ਤੂੰ ਬੁੱਧੀ ਵੀ ਨਹੀਂ ਹੈ, ਤੂੰ ਚਿੱਤ ਵੀ ਨਹੀਂ। ਤੂੰ ਕੌਣ ਹੈ? ਇਹ ਕਿਤਾਬਾਂ 'ਚ ਪੜ੍ਹਿਆ ਨਹੀਂ ਗੱਲ ਬਾਣੀ। ਇਹ ਤੈਨੂੰ ਉਹ ਚੀਜ਼ ਨੂੰ ਲੱਭਣਾ ਪੈਣਾ, ਔਰ ਉਹਦਾ ਹੱਲ ਕਰਨ ਵਾਸਤੇ ਤੈਨੂੰ ਧਿਆਨ ਸਿਮਰਨ ਕਰਨਾ ਪੈਣਾ।
ਜਿੰਨਾ ਚਿਰ ਤੱਕ ਤੂੰ ਉਹ ਚੀਜ਼ ਨੂੰ ਜਾਣਦਾ ਨਹੀਂ ਆ, ਉਹਨਾਂ ਚਿਰ ਤੱਕ ਤੈਨੂੰ ਚਿੱਤ ਦਾ ਗਿਆਨ ਨਹੀਂ ਹੋਣਾ। ਜਿੰਨਾ ਚਿਰ ਤੱਕ ਤੈਨੂੰ ਚਿੱਤ ਦਾ ਨਹੀਂ ਗਿਆਨ ਹੋਣਾ, ਉਹਨਾਂ ਚਿਰ ਤੈਨੂੰ ਇਹ ਨਹੀਂ ਪਤਾ ਲੱਗਣਾ ਪ੍ਰਕਿਰਤੀ ਕੀ ਹੈ ਤੇ ਪੁਰਸ਼ ਕੀ ਹੈ। ਇਹ ਭੇਦ ਤੈਨੂੰ ਉਦੋਂ ਲੱਗਣਾ ਵਾ ਪਤਾ ਜਦੋਂ ਤੂੰ ਆਪਣੇ ਚਿੱਤ ਵਿੱਚ ਸਥਿਰ ਹੋ ਗਿਆ। ਤੇਰੀ ਚੇਤਨਾ ਚਿੱਤ ਦੇ ਵਿੱਚ ਸਥਿਰ ਹੋ ਗਈ, ਗਤੀਹੀਨ ਹੋ ਗਈ। ਉਸ ਅਵਸਥਾ ਚ ਬਾਰ-ਬਾਰ ਜਾਣ ਤੋਂ ਬਾਅਦ ਤੈਨੂੰ ਆਪਣੇ ਚਿੱਤ ਦਾ ਗਿਆਨ ਹੋਣਾ ਹੈ, ਔਰ ਤੈਨੂੰ ਇਸ ਭਰਮ ਤੋਂ ਮੁਕਤੀ ਮਿਲਣੀ ਹੈ, ਔਰ ਤੈਨੂੰ ਉਸ ਸਵਾਲ ਦਾ ਜਵਾਬ ਵੀ ਮਿਲ ਜਾਣਾ ਵਾ ਕਿ ਮੈਂ ਕੌਣ ਹੈ। ਮੈਂ ਕੋਈ ਗਿਆਨ ਇੰਦਰੀਆਂ, ਕਰਮ ਇੰਦਰੀਆਂ ਨਹੀਂ ਹਾਂ, ਮੈਂ ਮਨ ਵੀ ਨਹੀਂ ਹਾਂ, ਮੈਂ ਚਿੱਤ ਵੀ ਨਹੀਂ, ਬੁੱਧੀ ਵੀ ਨਹੀਂ, ਮੈਂ ਇੱਕ ਚੇਤਨਾ ਵਾਂ ਜਿਹੜੀ ਅਗਿਆਨ ਦੇ ਵਿੱਚ, ਭਰਮ ਦੇ ਵਿੱਚ ਇਸ ਸੰਸਾਰ ਚ ਭਟਕ ਰਹੀ ਹੈ, ਔਰ ਉਹਨਾਂ ਚੀਜ਼ਾਂ ਦੇ ਪਿੱਛੇ ਭਟਕ ਰਹੀ ਹੈ ਜਿਹੜੀਆਂ ਚੀਜ਼ਾਂ ਯਥਾਰਥ ਕੱਚ ਨਹੀਂ ਹੈ, ਜਿੱਦਾਂ ਇੰਦਰਜਾਲ ਹੈ। ਔਰ ਉਸ ਚੀਜ਼ ਨੂੰ ਮੈਂ ਸਮਝ ਨਹੀਂ ਪਾ ਰਿਹਾ, ਔਰ ਅਕਸਰ ਇਨਸਾਨ ਇਹਨਾਂ ਚੀਜ਼ਾਂ ਪਿੱਛੇ ਭੱਜਦਾ ਹੀ ਰਹਿੰਦਾ। ਉਹ ਪ੍ਰਾਪਤੀ ਤਾਂ ਕੁਝ ਵੀ ਨਹੀਂ, ਖਾਣੀਆਂ 2-4 ਰੋਟੀਆਂ ਹੀ ਆ। ਇਹ ਥੋੜੀ ਕਿ ਹੁਣ ਜਦੋਂ ਮਿਲੀਅਨਰ ਬਣ ਗਿਆ ਤੇ ਉਹਨੇ ਪਤਾ ਨਹੀਂ ਕੀ ਖਾ ਲੈਣਾ, ਉਲਟਾ ਵੱਧ ਖਾਊਗਾ ਤੇ ਆਪਣਾ ਸਰੀਰ ਖਰਾਬ ਕਰਕੇ ਬਹਿ ਜਾਊ। ਜਿੰਨਾ ਆਪਾਂ ਸਾਦਾ ਖਾਣਾ ਖਾਵਾਂਗੇ ਉਹਨੇ ਆਪਾਂ ਸੌਖੇ ਰਵਾਂਗੇ। ਜਿੰਨੇ ਜ਼ਿਆਦਾ ਸੁੱਖ ਵੱਧਦੇ ਆ ਉਹਨੇ ਸਰੀਰ ਚ ਕਸ਼ਟ ਵੱਧਦੇ। ਹਾਂਜੀ ਨਿਜਰ ਸਰ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ। ਕਹਿੰਦੇ ਸੱਚ ਨੂੰ ਸੰਭਾਲ ਪਾਈ, ਪਰਮੇਸ਼ਰ ਦਾ ਨਾਮ ਸਿਮਰਨ, ਧਿਆਨ ਸਿਮਰਨ ਜਿਹੜਾ ਹੈਗਾ ਇਹਨੂੰ ਸੰਭਾਲ, ਅੰਦਰ ਦੀ ਯਾਤਰਾ ਕਰ। ਇਹ ਕੁਟੰਬ ਜਿਹੜਾ ਹੈਗਾ ਇਹ ਤੇਰੇ ਨਾਲ ਨਹੀਂ ਜਾਣਾ। ਜੋ ਕੁਝ ਵੀ ਤੈਨੂੰ ਅੱਖਾਂ ਨਾਲ ਦਿਖ ਰਿਹਾ ਹੈ ਉਹ ਤੇਰੇ ਨਾਲ ਕੋਈ ਵੀ ਚੀਜ਼ ਨਹੀਂ ਜਾਣੀ, ਈਵਨ ਤੇਰਾ ਸਰੀਰ ਵੀ ਨਾਲ ਨਹੀਂ ਜਾਣਾ। ਸਾਥ ਤੇਰੇ ਚੱਲੇ ਨਹੀਂ ਤਿਸ ਨਾਲ ਕਿਉਂ ਚਿੱਤ ਲਾਈਏ। ਕਹਿੰਦੇ ਤਾਂ ਨਾਲ ਨਹੀਂ ਜਾਣਾ ਤੇ ਫਿਰ ਉਹਦੇ ਨਾਲ ਕਿਉਂ ਚਿੱਤ ਲਗਾ ਰਿਹਾ ਆ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛਤਾਈਏ। ਕਹਿੰਦੇ ਇਹੋ ਜਿਹਾ ਕੰਮ ਬਿਲਕੁਲ ਨਾ ਕਰ, ਦੇਖ ਸ਼ੁਰੂ ਤੋਂ ਹੀ ਨਾ ਕਰ, ਜਿਹਦੇ ਨਾਲ ਕਿ ਆਖਰੀ ਦੇ ਵਿੱਚ ਤੈਨੂੰ ਪਛਤਾਉਣਾ ਪਏ। ਜਿਹਦਾ ਫਾਇਦਾ ਨਹੀਂ ਹੈ ਉਹ ਕੰਮ ਕਰਨ ਦਾ ਕੀ ਮਤਲਬ ਹੈਗਾ ਤੇਰਾ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ। ਕਹਿੰਦੇ ਕਿ ਇੱਕ ਤੇ ਤੂੰ ਪਰਮਾਤਮਾ ਨੂੰ, ਆਤਮਕ ਆਨੰਦ ਜਿਹੜੀ ਅਵਸਥਾ ਹੈ ਉਹਨੂੰ ਪ੍ਰਾਪਤ ਕਰਨਾ ਹੈ, ਔਰ ਉਹਦੇ ਵਿੱਚ ਆਪਣਾ ਜੀਵਨ ਬਤੀਤ ਕਰਨਾ ਹੈ। ਜਿਹੜਾ ਤੈਨੂੰ ਕੁਟੰਬ ਦਿਖਦਾ ਹੈ, ਇਹ ਸੰਸਾਰ, ਮੋਹ, ਫਿਰ ਉਹਨਾਂ ਦਾ ਵਿਆਹ, ਉਹਨਾਂ ਦੇ ਬੱਚਿਆਂ ਦੇ ਵਿਆਹ, ਉਹਨਾਂ ਦੇ ਗਾਂ ਬੱਚਿਆਂ ਦੇ ਵਿਆਹ, ਉਹਨਾਂ ਦੇ ਘਰ, ਉਹ ਤੈਨੂੰ ਮੋਹ ਪੈਦਾ ਕਰ ਰਹੇ ਨੇ। ਔਰ ਉਸੇ ਕਰਕੇ ਤੂੰ ਆਪਣੇ ਮਾਰਗ ਤੋਂ ਭਟਕ ਜਾਂਦਾ ਹੈ। ਫਿਰ ਤੂੰ ਐਸੇ ਕਰਮ ਵੀ ਕਰਦਾ ਹੈ, ਮੁੜ ਕੇ ਪਛਤਾਉਣਾ। ਇਹ ਸੰਸਾਰ ਏਦਾਂ ਹੀ ਆ। ਜਿੰਨਾ ਚਿਰ ਤੁਸੀਂ ਇਹਨਾਂ ਦੀਆਂ ਪੌਕਟਾਂ ਭਰੋਗੇ ਸਾਰੇ ਤੁਹਾਡੇ ਨੇ। ਤੁਸੀਂ 2-4 ਦਿਨ ਪੌਕਟਾਂ ਭਰਨੀਆਂ ਬੰਦ ਕੀਤੀਆਂ, 5 ਦਿਨ ਖੰਗੇ, ਇਹਨਾਂ ਕਹਿਣਾ ਬੁੱਢੇ ਬੁੱਢੀ ਦਾ ਮੰਜਾ ਬਾਹਰ ਕੱਢੋ। ਫਿਰ ਬੰਦਾ ਸੋਚਦਾ ਹੈ ਯਾਰ ਇਹ ਜੀਵਨ ਇਹਨਾਂ ਲਈ ਮੈਂ ਬਰਬਾਦ ਕੀਤਾ, ਔਰ ਇਹਨਾਂ ਨੇ ਕਦਰ ਹੀ ਨਹੀਂ ਕੀਤੀ। ਉਹਨਾਂ ਕਿਸੇ ਨੇ ਕਦਰ ਨਹੀਂ ਕਰਨੀ। ਇਹ ਇਨਸਾਨ ਏਦਾਂ ਦਾ ਹੀ ਆ। ਇਸ ਕਰਕੇ ਉਹਨਾਂ ਕੀ ਕੰਮ ਕਰੀਏ ਜਿੰਨਾ ਕਹੀਂ ਆਪਣੇ ਮੋਢਿਆਂ ਤੇ ਚੁੱਕ ਸਕਦੇ ਹਾਂ। ਬਾਣੀ ਕਹੀਂ ਕਹਿੰਦੀ ਕਿ ਐਸਾ ਕਰਮ, ਐਸਾ ਕੰਮ ਹੀ ਨਾ ਕਰੋ। ਆਪਾਂ ਠੱਗੀਆਂ ਮਾਰਾਂਗੇ, ਆਪਾਂ ਮਾੜਾ ਧਨ ਲੈ ਆਵਾਂਗੇ, ਇਹਨਾਂ ਨੇ ਨਹੀਂ ਜ਼ਿੰਮੇਵਾਰ ਹੋਣਾ, ਆਪਾਂ ਜ਼ਿੰਮੇਵਾਰ ਹੋਣਾ। ਜਿੰਨਾ ਕਰਮ ਕੀਤਾ, ਜਿੰਨਾ ਹੱਥਾਂ ਦੇ ਨਾਲ ਕੀਤਾ, ਉਹ ਸੰਸਕਾਰ ਸਾਡੇ ਨੇ, ਔਰ ਉਹਦੀ ਜ਼ਿੰਮੇਵਾਰ ਵੀ ਅਸੀਂ। ਇਹ ਕੋਈ ਮਨ ਤੋਂ ਵਰਕਾ ਪਾੜ ਦੇ, ਸਾਰੇ ਗੁਨਾਹਾਂ ਦੀ ਸਜ਼ਾ ਨਹੀਂ ਧਰਤੀ ਤੇ ਮਿਲਦੀ। ਕਈ ਗੁਨਾਹ ਕਰਦੇ ਨੇ ਲੋਕੀ, 1-2% ਹੀ ਪੜੇ ਜਾਂਦੇ ਨੇ, ਜਦੋਂ 98% ਤੋਂ ਤਾਂ ਲੋਕੀ ਛੋਟੀ ਜਾਂਦੇ। ਇਹ ਪਰ ਕਿਤ ਤੁਹਾਡੇ ਚ ਲਿਖੇ ਹੋਏ ਨੇ, ਔਰ ਉਸ ਚੀਜ਼ ਨੂੰ ਤੁਹਾਨੂੰ ਭੋਗਣਾ ਹੀ ਪਵੇ। ਹਾਂਜੀ ਨਿਜਰ ਸਰ। ਕਹਿੰਦੇ ਭਾਈ ਆਖਰੀ ਦੇ ਵਿੱਚ ਮਹਾਰਾਜ ਕਹਿ ਰਹੇ, ਕਹਿੰਦੇ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲ। ਕਹਿੰਦੇ ਸਤਿਗੁਰੂ ਦਾ ਉਪਦੇਸ਼ ਸੁਣ ਵੀ। ਸਤਿਗੁਰੂ ਕੀ ਕਹਿ ਰਹੇ, ਗਿਆਨ ਕੀ ਕਹਿ ਰਿਹਾ ਭਾਈ, ਇਹ ਬ੍ਰਹਮ ਗਿਆਨ ਕੀ ਕਹਿ ਰਿਹਾ, ਉਹ ਤੇਰੇ ਨਾਲ ਜਾਊਗਾ ਭਾਈ। ਜੋ ਸਤਿਗੁਰੂ ਕਹਿ ਰਹੇ, ਜੇ ਉਹ ਕੰਮ ਕਰੇਗਾ, ਜੋ ਗਿਆਨ ਕਹਿ ਰਿਹਾ ਹੈ, ਧਿਆਨ ਸਿਮਰਨ ਕਰੇਗਾ, ਨਾਮ ਧਨ ਇਕੱਠਾ ਕਰੇਗਾ, ਨਾਲ ਜਾਊਗਾ। ਇਹ ਮਨ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਇਹ ਮੇਰੇ ਮਨਾ, ਇਸ ਕਰਕੇ ਗੁਰੂ ਦੇ ਅਨੁਸਾਰ ਜਿਹੜਾ ਹੈਗਾ ਸੱਚ ਦੇ ਨੂੰ, ਸੱਚਾ ਧਨ ਇਕੱਠਾ ਕਰ। ਇਹ ਜਿਹੜਾ ਕੱਚ ਨਾ ਵਿਹਾਜ,
ਇਹ ਜਿਹੜਾ ਹੈਗਾ ਘਾਹ ਫੂਸ ਨਾ ਇਕੱਠਾ ਕਰ, ਪਰਾਲੀ ਨਾ ਇਕੱਠੀ ਕਰ। ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਹਮੇਸ਼ਾ ਹੀ ਸੱਚ ਨੂੰ ਸੰਭਾਲ, ਸੱਚ ਨੂੰ ਜਿਹੜਾ ਹੈਗਾ ਸੱਚ ਦੇ ਨਾਲ ਜੁੜਿਆ ਰਹਿ। ਹਾਂਜੀ ਵੀਰ ਜੀ। ਹਾਂ ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਕਿ ਤੇਰਾ ਜੀਵਨ ਦਾ ਜਿਹੜਾ ਮਕਸਦ ਹੈ ਉਹ ਸੱਚ ਦੇ ਨਾਲ ਸੰਬੰਧ ਸਥਾਪਿਤ ਕਰਨਾ, ਹਾਂ ਸੱਚ ਨੂੰ ਜ਼ਿੰਦਗੀ 'ਚ ਲਿਆਉਣਾ। ਤੇਰੇ ਜੀਵਨ 'ਚ ਸੱਚ ਪ੍ਰਗਟ ਹੋਣਾ ਚਾਹੀਦਾ, ਕਿਉਂਕਿ ਆਖਰ ਤੇ ਤੇਰੇ ਕੋਲ ਬਹੁਤ ਵੱਡਾ ਪਛਤਾਵਾ ਰਹਿ ਜਾਣਾ। ਤੂੰ ਪਛਤਾਵੇਂਗਾ, ਪੱਕਾ ਪਛਤਾਵੇਂਗਾ। ਏਦਾਂ ਨਹੀਂ ਹੁੰਦਾ। ਕੁਦਰਤ ਬੰਦੇ ਨੂੰ ਅਹਿਸਾਸ ਕਰਾਉਂਦੀ ਕਿ ਤੂੰ ਫਿਲਮ ਘੁੰਮਦੀ ਹੈ, ਫਿਰ ਸਾਰੀ ਜੋ ਵੀ ਨੇ ਕੀਤਾ ਹੁੰਦਾ ਨਾ ਸਾਰੀ ਫਿਲਮ ਘੁੰਮਦੀ ਹੈ। ਮੈਂ ਕਿੱਥੋਂ ਪੈਦਾ ਹੋਇਆ, ਮੈਂ ਕੀ ਕੀਤਾ, ਕਿੱਦਾਂ ਮੈਂ ਵੱਡਾ ਹੋਇਆ, ਮਿਹਨਤ ਕੀਤੀ, ਫਿਰ ਬੱਚੇ ਹੋਏ, ਫਿਰ ਮੈਂ ਇੱਧਰ ਉੱਧਰ ਜੋ ਹੱਥ ਪੱਲੇ ਮਾਰੇ, ਪਰ ਫਿਲਮ ਘੁੰਮਦੀ ਹੈ ਬੰਦੇ ਦੇ ਸੰਸਾਰ ਤੋਂ ਜਾਣ। ਫਿਰ ਉਹ ਕਹਿੰਦਾ ਹੈ ਕਿ ਹੱਥ ਤੇ ਕੁਛ ਵੀ ਨਹੀਂ ਆਇਆ। ਉਹ ਪਾਣੀ ਤੇ ਝੱਗ ਮੂੰਹ ਦੇਤਾ ਤੇ ਬੜਾ ਕੁਝ ਹੀ। ਹੁਣ ਤੇ ਬੜੀ ਗੇਮ ਘੁੰਮੀ, ਬਹੁਤ ਸਪੀਡ ਸੀ, ਪਤਾ ਨਹੀਂ ਲੱਗਾ ਸਮਾਂ ਕਿਦੋਂ ਲੰਘ ਗਿਆ, ਧਿਆਨ ਹੀ ਨਹੀਂ ਦਿੱਤਾ। ਹੁਣ ਉਹ ਕਈ ਕਹਿੰਦੇ ਨੇ ਕਿ ਅੰਤ ਵੇਲੇ ਕੋਈ ਨਰੈਣ ਨੂੰ ਉਹਦਾ ਨਾਂ ਲੈ ਲਿਆ ਤੇ ਉਹਦਾ ਮੁਕਤੀ ਹੋ ਗਈ। ਏਦਾਂ ਕੋਈ ਮੁਕਤੀ ਨਹੀਂ, ਨਰੈਣ ਨਾ ਚੇਤੇ ਆਉਂਦਾ ਅੰਤ ਵੇਲੇ। ਐਵੇਂ ਗੱਪਾਂ ਹੀ ਆ। ਨਹੀਂ, ਅੰਤ ਕਾਲ ਦਾ ਮਤਲਬ ਹੈ ਸਾਰੀ ਉਮਰ। ਅੰਤ ਕਾਲ ਦਾ ਮਤਲਬ ਲੱਲੇ ਦੀ ਸਿਹਾਰੀ ਹੈਗੀ ਗੋਰਗੀ ਸਾਹਿਬ, ਸਿਹਾਰੀ ਲੱਗੀ ਹੋਈ। ਉਹ ਕਹਿੰਦੇ ਨੇ ਕਿ 2 ਮਿੰਟ, ਪਰ ਲੋਕੀ ਤੇ ਕਹਿੰਦੇ ਨੇ ਕਿ ਅੰਤ ਵੇਲੇ ਨਰੈਣ ਸਿਮਰ ਲਿਆ ਸਾਡਾ ਕੰਮ ਹੋ ਗਿਆ। ਏਦਾਂ ਨਹੀਂ ਹੁੰਦਾ, ਨਾ ਹੀ ਨਰੈਣ ਨੂੰ ਧੋਖਾ ਦਿੱਤਾ ਜਾ ਸਕਦਾ। ਬਿਲਕੁਲ। ਹੁਣ ਇੱਕ ਆਪਣੇ ਗਰੁੱਪ 'ਚ ਹੈਗੀ ਕੁੜੀ ਜੋ ਕਹਿੰਦੀ ਮੇਰੀ ਸੱਸ ਉਹਨੂੰ ਮਾਇਆ ਦੇ ਨਾਲ ਬਹੁਤ ਪਿਆਰ ਕਰਨੇ ਚਾਹੀਦਾ। ਕਹਿੰਦੀ ਬਾਰ ਨੋਟਾਂ ਨੂੰ ਗਿਣਦੀ, ਗਿਣੀ ਜਾਣੇ ਨੋਟ, ਹਰ ਦਿਨ ਨੋਟ ਦਾ ਚਿੰਤਨ, ਮਾਇਆ ਦਾ ਚਿੰਤਨ। ਜਦੋਂ ਉਹਨਾਂ ਦੀ ਡੈਥ ਹੋ ਗਈ, ਵੇਖ ਲਓ ਉਹਨਾਂ ਦਾ ਧਿਆਨ ਮਾਇਆ ਚ, ਉਹਨੂੰ ਕਿੱਥੇ ਨਰੈਣ ਚੇਤੇ ਆਉਣਾ। ਹਾਂ ਨਿਜਰ ਸਾਹਿਬ ਬਿਲਕੁਲ। ਆਪ ਜਸਟ ਦੇਖੋ, ਉਹ ਕਹਿੰਦੀ ਆਖਰ ਤੱਕ ਮਰ ਚੱਲੀ ਹੈ, ਖਤਮ ਹੋ ਗਈ ਹੈ, ਪਰ ਧਿਆਨ ਉਹਦਾ ਪੈਸੇ ਉੱਥੇ ਪੈਸੇ ਦਾ ਕੀਤਾ, ਇੱਕੋ ਪੈਸੇ ਕਿੱਧਰ ਕਿੱਥੇ ਰੱਖੇ, ਇੰਜ ਨਾ ਹੋ ਜਾਏ, ਇੰਜ ਨਾ ਹੋ ਜਾਏ। ਆਪ ਬੈੱਡ ਤੇ ਲੰਮੇ ਪਈਏ ਤੇ ਆਪ ਜਸਟ ਦੇਖ ਲਓ। 1-2 ਮਿੰਟ ਦੀ ਗੇਮ ਤੇ ਹੈ ਨਹੀਂ ਹੈ ਕਿ ਆਪਾਂ ਹੁਣੇ 2 ਮਿੰਟ ਚ ਇਹ ਰਸਤੇ ਨੂੰ ਪੂਰਾ ਕਰ ਲਾਂਗੇ ਤੇ ਬਰੀਕੀ ਨਾਲ ਚੱਲਣਾ ਪੈਣਾ। ਠੀਕ ਹੈ ਨਾ ਚੱਲਦਾ? ਬਿਲਕੁਲ ਜੀ। ਬਸ ਅੱਜ ਦਾ ਇੰਨਾ ਹੀ ਹੈ ਗੋਰਗੀ ਸਾਹਿਬ, ਸਮਾਂ ਹੋ ਗਿਆ। ਠੀਕ ਹੈ, ਹਾਂ ਬਿਲਕੁਲ ਠੀਕ ਹੈ ਜੀ। ਅੱਜ ਦੀ ਵਿਚਾਰ ਇੰਨੀ ਆ ਤੇ ਮੈਂ ਬਾਣੀ ਤਾਂ ਆਪਾਂ ਨੂੰ ਇਹ ਕਹਿੰਦੀ ਹੈ ਕਿ ਆਪਣੇ ਜੀਵਨ ਚ ਕੁਝ ਸਮਾਂ ਕੱਢੋ।